ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਗੁਰਚਰਨ ਸਿੰਘ ਤੁਹਾਡਾ ਆਪਣੇ ਚੈਨਲ ਮੈਥ ਸਟੱਡੀ ਆਫ ਰੀਜ਼ਨਸ ਤੇ ਸਵਾਗਤ ਕਰਦਾ ਹਾਂ। ਸੋ ਅੱਜ ਜੋ ਸਾਡਾ ਟੌਪਿਕ ਹੈ ਉਹ ਕਲਾਸ +2 ਦਾ ਚੈਪਟਰ 3 NCERT ਦੀ ਬੁੱਕ ਦਾ ਜੋ ਕਿ ਮੈਟ੍ਰਿਸਿਸ ਹੈ ਉਹਦੇ ਬਾਰੇ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਸੋ ਮੈਟ੍ਰਿਸਿਸ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਕੁਝ ਰੀਅਲ ਲਾਈਫ 'ਚੋਂ ਕੋਈ ਐਗਜ਼ਾਮਪਲ ਲੈ ਕੇ ਉਹਨੂੰ ਦੇਖਣਾ ਪਏਗਾ ਤੇ ਫਿਰ ਉਹਨੂੰ ਵਾਚ ਕਰਕੇ ਅਸੀਂ ਮੈਟ੍ਰਿਸਿਸ ਦੀ ਡੈਫੀਨੇਸ਼ਨ ਕਰਾਂਗੇ। ਠੀਕ ਹੈ। ਸੋ ਸਭ ਤੋਂ ਪਹਿਲਾਂ ਸਪੋਜ਼ ਕਰੋ ਕਿ ਅਸੀਂ ਇੱਕ ਡਾਟਾ ਕੰਸੀਡਰ ਕਰਦੇ ਹਾਂ। ਕੰਸੀਡਰ ਦਾ ਫੋਲੋਇੰਗ ਡਾਟਾ, ਕੰਸੀਡਰ ਦਾ ਫੋਲੋਇੰਗ ਡਾਟਾ ਇਨ ਐਨੀ ਸਕੂਲ ਲਿਖ ਸਕਦੇ ਸੀ। ਤੁਸੀਂ ਸਾਰੇ ਜਾਣੇ ਆਪਣੇ ਸਕੂਲ ਦਾ ਮਤਲਬ ਲਿਖ ਸਕਦੇ ਆ, ਉਸ ਹਿਸਾਬ ਨਾਲ ਤੁਸੀਂ ਇਹਨੂੰ ਸਮਝ ਸਕਦੇ ਆ। ਸਪੋਜ਼ ਕਰੋ ਕਿ ਸਾਡੇ ਕੋਲ ਕਲਾਸਿਸ ਹਨ। ਸਭ ਤੋਂ ਪਹਿਲਾਂ 9th ਲਿਖ ਲੈਂਦੇ ਹਾਂ ਅਸੀਂ, ਦੈਨ 10th ਲਿਖ ਲੈਂਦੇ ਹਾਂ, ਦੈਨ +1 ਲਿਖ ਲੈਂਦੇ ਹਾਂ। ਠੀਕ ਹੈ, ਦੈਨ +2 ਲਿਖ ਲੈਂਦੇ ਹਾਂ। ਠੀਕ ਹੈ। ਸੋ ਨੈਕਸਟ ਸਾਡੇ ਕੋਲ ਜੋ ਹੈ ਅਸੀਂ ਡਾਟੇ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਕਿ ਹਰ ਕਲਾਸ ਦੇ ਵਿੱਚ ਬॉयਜ਼ ਐਂਡ ਗਰਲਸ ਹੁੰਦੇ ਆ। ਸੋ ਬॉयਜ਼ ਤੇ ਗਰਲਸ। ਸੋ 9th ਕਲਾਸ ਦੇ ਵਿੱਚ ਅਸੀਂ ਸਪੋਜ਼ ਕਰ ਲੈਂਦੇ ਹਾਂ ਕਿ ਸਾਡੇ ਕੋਲ 15 ਬॉयਜ਼ ਆ। ਠੀਕ ਹੈ, ਤੇ 20 ਗਰਲਸ। ਕਲੀਅਰ। ਸੋ 10th ਕਲਾਸ ਦੇ ਵਿੱਚ ਅਸੀਂ ਕੰਸੀਡਰ ਕਰ ਲੈਂਦੇ ਹਾਂ ਕਿ 40 ਬॉयਜ਼ ਆ ਐਂਡ 25 ਗਰਲਸ ਆ। ਠੀਕ ਹੈ, ਕਿਸੇ ਵੀ ਤਰੀਕੇ ਨਾਲ ਅਸੀਂ ਕੰਸੀਡਰ ਕਰ ਸਕਦੇ ਹਾਂ। ਦੈਨ +1 ਕਲਾਸ ਦੇ ਵਿੱਚ ਅਸੀਂ ਕੰਸੀਡਰ ਕਰ ਲੈਂਦੇ ਹਾਂ ਕਿ ਸਾਡੇ ਕੋਲ 30 ਬॉयਜ਼ ਆ ਐਂਡ 30 ਗਰਲਸ ਆ। ਦੈਨ +2 ਕਲਾਸ ਦੇ ਵਿੱਚ ਅਸੀਂ ਕੰਸੀਡਰ ਕਰ ਲੈਂਦੇ ਹਾਂ ਕਿ ਸਾਡੇ ਕੋਲ ਅਗੇਨ 30 ਬॉयਜ਼ ਆ ਐਂਡ 35 ਗਰਲਸ ਮੰਨ ਲੈਂਦੇ ਅਸੀਂ। ਠੀਕ ਹੈ। ਸੋ ਹੁਣ ਇਹ ਸਾਡੇ ਕੋਲ ਇੱਕ ਡਾਟਾ ਬਣ ਜਾਂਦਾ। ਹੁਣ ਇਸ ਡਾਟੇ ਦੇ ਵਿੱਚ ਤੁਸੀਂ ਦੇਖੋਗੇ ਕਿ ਅਸੀਂ ਦਿਸ ਇਜ਼ ਦਾ ਫਸਟ रो, ਮਤਲਬ ਇਹਨੂੰ ਅਸੀਂ ਕੀ ਕਹਿ ਸਕਦੇ ਹਾਂ, ਦਿਸ ਇਜ਼ ਫਸਟ रो। ਠੀਕ ਹੈ। ਦੈਨ ਦਿਸ ਇਜ਼ ਸੈਕੰਡ रो, ਦਿਸ ਇਜ਼ ਥਰਡ रो ਐਂਡ ਦਿਸ ਇਜ਼ ਫੋਰਥ रो। ਜੇ ਅਸੀਂ ਇਹਨੂੰ ਮੰਨ ਲੈਂਦੇ ਹਾਂ, ਇਸ ਤਰੀਕੇ ਨਾਲ ਕੰਸੀਡਰ ਕਰ ਲੈਂਦੇ ਹਾਂ, ਤੇ ਸਾਡੇ ਕੋਲ 2 ਕਾਲਮ ਬਣਨਗੇ ਜਿਹਦੇ ਵਿੱਚ ਅਸੀਂ ਨੰਬਰਸ ਲਿਖੇ। ਅਸੀਂ ਮੇਨ ਫੋਕਸ ਨੰਬਰਸ ਤੇ ਕਰਨਾ। ਸੋ ਦਿਸ ਇਜ਼ ਕਾਲਮ ਫਸਟ ਐਂਡ ਦਿਸ ਇਜ਼ ਸੈਕੰਡ ਕਾਲਮ। ਠੀਕ ਹੈ। ਜੋ ਵੀ ਸਾਡੇ ਕੋਲ ਇਸ ਤਰੀਕੇ ਨਾਲ ਹੌਰੀਜ਼ੌਂਟਲ ਲਾਈਨਸ ਆ, ਦੇਖੋ ਅਸੀਂ ਐਕਸ ਐਕਸਿਸ ਵਾਈ ਐਕਸਿਸ ਵੀ ਪੜ੍ਹਦੇ ਹਾਂ। ਅਸੀਂ ਇਸ ਚੀਜ਼ ਨੂੰ ਐਕਸ ਐਕਸਿਸ ਕਹਿੰਦੇ ਹਾਂ, ਇਸ ਚੀਜ਼ ਨੂੰ ਵਾਈ ਐਕਸਿਸ ਕਹਿੰਦੇ ਹਾਂ। ਠੀਕ ਹੈ। ਸੋ ਦਿਸ ਇਜ਼ ਦਾ ਹੌਰੀਜ਼ੌਂਟਲ ਲਾਈਨ, ਹੌਰੀਜ਼ੌਂਟਲ ਲਾਈਨ ਐਂਡ ਦਿਸ ਇਜ਼ ਵਰਟੀਕਲ ਲਾਈਨ। ਸੇਮ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਅਸੀਂ ਹੌਰੀਜ਼ੌਂਟਲ ਲਾਈਨਸ ਨੂੰ ਅਸੀਂ ਰੋ ਕੰਸੀਡਰ ਕਰਨਾ। ਠੀਕ ਹੈ। ਤੇ ਵਰਟੀਕਲ ਲਾਈਨਸ ਨੂੰ ਅਸੀਂ ਕਾਲਮ ਕੰਸੀਡਰ ਕਰਨਾ। ਠੀਕ ਹੈ। ਧਿਆਨ ਨਾਲ ਸਮਝਣਾ, ਕਿਸੇ ਵੀ ਚੀਜ਼ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਕੁਝ ਨਾ ਕੁਝ ਉਹਦੇ ਬਾਰੇ ਸਮਝਾਉਣ ਦੇ ਲਈ ਸਾਨੂੰ ਮੰਨਣਾ ਪੈਂਦਾ ਵਾ। ਠੀਕ ਹੈ। ਅਸੀਂ ਉਹਦੇ ਵਿੱਚ ਕੁਝ ਚੀਜ਼ਾਂ ਨੂੰ ਲੈ ਕੇ ਚੱਲਦੇ ਹਾਂ, ਸੋ ਤਾਂ ਕਿ ਸਾਨੂੰ ਈਜ਼ੀ ਹੋ ਜਾਵੇ ਕਿ ਮੈਟ੍ਰਿਸਿਸ ਨੂੰ ਅਸੀਂ ਸਮਝਣਾ ਵਾ ਕਿ ਮੈਟ੍ਰਿਸਿਸ ਕੀ ਚੀਜ਼ ਆ, ਕਿਉਂ ਬਣੀ ਆ। ਠੀਕ ਹੈ। ਸੋ ਅਸੀਂ ਮੇਨ ਫੋਕਸ ਸਾਡਾ ਇੱਥੇ ਇਹੀ ਹੈ ਕਿ ਅਸੀਂ ਡਾਟਾ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਮੈਟ੍ਰਿਸਿਸ ਨੂੰ ਸ਼ੁਰੂ ਕਰਦੇ ਹਾਂ, ਤੇ ਉਸ ਤੋਂ ਬਾਅਦ ਅਸੀਂ ਇਹਨੂੰ ਕਿਸ ਲੈਵਲ ਤੱਕ ਲੈ ਕੇ ਜਾ ਸਕਦੇ ਹਾਂ ਉਹ ਸਾਡੀਆਂ ਹਾਇਰ ਸਟੱਡੀਜ਼ ਸਾਨੂੰ ਦੱਸੂਗੀਆਂ। ਹਾਲ ਦੀ ਘੜੀ +2 ਦੇ ਵਿੱਚ ਸਾਨੂੰ ਇਹਦੀ ਸਿੰਪਲ ਇੰਟਰੋਡਕਸ਼ਨ ਚਾਹੀਦੀ ਹੈ। ਸੋ ਮੈਂ ਇੱਕ ਡਾਟਾ ਕੰਸੀਡਰ ਕੀਤਾ, ਮੰਨ ਲਓ ਕਿਸੇ ਸਕੂਲ ਦਾ, ਉਹਦੇ ਵਿੱਚ ਨੰਬਰਸ ਸੀਗੇ। ਨੰਬਰਸ ਕਿੰਨੇ ਹੋ ਗਏ? 1 2 3 4 5 6 7 8। ਠੀਕ ਹੈ। ਸੋ 8 ਨੰਬਰਾਂ ਨੂੰ ਮੈਂ ਇਸ ਤਰੀਕੇ ਨਾਲ ਅਰੇਂਜ ਕੀਤਾ ਕਿ ਹੈਗੇ ਉਹ 9th ਕਲਾਸ ਦੇ ਸੀਗੇ, 10th ਦੇ ਸੀਗੇ, +1 ਦੇ ਸੀਗੇ, +2 ਦੇ ਸੀਗੇ। ਹੌਰੀਜ਼ੌਂਟਲ ਨੂੰ ਮੈਂ ਰੋਜ਼ ਕਹਿ ਦਿੱਤਾ। ਠੀਕ ਹੈ। ਤੇ ਕਾਲਮ ਮੈਂ ਵਰਟੀਕਲੀ ਕਹਿ ਦਿੱਤੇ, ਕਿਉਂਕਿ ਸਾਡੇ ਵਾਈ ਐਕਸਿਸ ਜਿਹੜੇ ਇਸ ਤਰੀਕੇ ਨਾਲ ਅਸੀਂ ਲੈਂਦੇ ਹਾਂ ਉਹਨਾਂ ਨੂੰ ਅਸੀਂ ਵਰਟੀਕਲ ਪੋਜੀਸ਼ਨਸ ਕਹਿੰਦੇ ਹਾਂ। ਠੀਕ ਹੈ। ਹੁਣ ਦੇਖੋ, ਜੇ ਅਸੀਂ ਇਸ ਡਾਟੇ ਨੂੰ ਅਸੀਂ ਕਹਿੰਦਾ ਵੀ ਅਰੇਂਜ ਦਿਸ ਡਾਟਾ ਐਜ਼ ਫੋਲੋਜ਼। ਜੋ ਨੀਚੇ ਅਸੀਂ ਲਿਖਾਂਗੇ, ਜੇ ਅਸੀਂ ਇਸ ਡਾਟੇ ਨੂੰ ਇੱਕ ਸਕੁਏਅਰ ਬ੍ਰੈਕਟ ਦੇ ਵਿੱਚ ਲਿਖ ਦਿੰਦੇ ਹਾਂ। ਸਪੋਜ਼ ਕਰੋ ਅਸੀਂ ਇਸ ਤਰੀਕੇ ਨਾਲ ਸਕੁਏਅਰ ਬ੍ਰੈਕਟ ਪਾ ਕੇ ਅਸੀਂ ਲਿਖ ਦਿੰਦੇ ਹਾਂ 15 40 30 ਦੈਨ ਅਗੇਨ 30 ਦੈਨ ਇੱਥੇ 20 25
this is 30 and this is 35। ਸੋ ਤੁਸੀਂ ਦੇਖੋਗੇ ਕਿ ਇਸ ਜੋ ਅਸੀਂ ਰਿਪਰੈਜ਼ੈਂਟੇਸ਼ਨ ਆ, ਮਤਲਬ ਜੋ ਅਸੀਂ ਇਹਨੂੰ ਦਰਸਾਇਆ ਵਾ, ਕਿਸੇ ਵੀ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਹਾਂ, ਕਿਉਂਕਿ ਮੈਂ ਦੱਸਿਆ ਸੀ ਕਿ ਮੈਥਮੈਟਿਕਸ ਦੇ ਵਿੱਚ ਹਮੇਸ਼ਾ ਅਸੀਂ ਕੋਈ ਵੀ ਚੀਜ਼ ਰਿਪਰੈਜ਼ੈਂਟ ਕਰਦੇ ਹਾਂ। ਜੇ ਮੰਨ ਲਓ ਬਹੁਤ ਕਰੋੜਾਂ ਸਾਲ ਪਹਿਲਾਂ ਸਿਰਫ ਅਸੀਂ ਕਿਸੇ ਚੀਜ਼ ਨੂੰ 2 ਕਹਿ ਦਿੰਦੇ ਸੀਗੇ, ਤਾਂ ਬਹੁਤ ਸਾਲਾਂ ਬਾਅਦ ਉਹਦੀ ਸ਼ਾਇਦ ਰਿਪਰੈਜ਼ੈਂਟੇਸ਼ਨ 2 ਇੱਦਾਂ ਬਣੀ ਕਿ ਅਸੀਂ ਜਦੋਂ ਇੱਦਾਂ ਦੇਖਦੇ ਹਾਂ ਅਸੀਂ ਇਹਨੂੰ 2 ਕਹਿੰਦੇ ਹਾਂ, ਇਹਨੂੰ ਇੱਦਾਂ ਲਿਖਦੇ ਹਾਂ ਅਸੀਂ ਇਹਨੂੰ 1 ਕਹਿੰਦੇ ਹਾਂ। ਠੀਕ ਹੈ, ਇਹ ਰਿਪਰੈਜ਼ੈਂਟੇਸ਼ਨ ਆ। ਮੈਥਮੈਟਿਕਸ 'ਚ ਜਿਹੜੀ ਕੋਡਿੰਗ ਆ ਕਿਸੇ ਵੀ ਚੀਜ਼ ਨੂੰ ਲਿਖਣ ਦੀ, ਉਹਨੂੰ ਅਸੀਂ ਰਿਪਰੈਜ਼ੈਂਟੇਸ਼ਨ ਕਹਿੰਦੇ ਹਾਂ। ਸੋ ਅਸੀਂ ਇਸ ਡਾਟੇ ਨੂੰ ਇਸ ਸਕੁਅਰ ਬ੍ਰੈਕਟ ਦੇ ਵਿੱਚ ਲਿਖ ਕੇ ਇੱਕ ਰਿਪਰੈਜ਼ੈਂਟੇਸ਼ਨ ਕਰਤੀ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਸਾਡੇ ਕਿੰਨੀਆਂ ਰੋਜ਼ ਆ, ਨੰਬਰ ਆਫ ਰੋਜ਼ ਕਿੰਨੀਆਂ ਵਾ, that is equal to 1 2 3 4। ठीक है, मतलब 1, this is 2, this is 3rd and this is 4th। so number of rows 4 ਆ ਤੇ number of columns ਕਿੰਨੇ ਆ ਸਾਡੇ ਕੋਲ, that is equal to 1 and this is 2। so ਸਾਡੇ ਕੋਲ 2 columns ਆ। ਠੀਕ ਹੈ, ਸੋ ਇਹਦੇ ਵਿੱਚ ਨੰਬਰਸ ਕਿੰਨੇ ਆਉਣਗੇ ਤੁਸੀਂ ਦੇਖੋ 1 2 3 4 5 6 7 8। ਇਹ ਅਰੇਂਜਮੈਂਟ ਆਫ 8 ਨੰਬਰਸ, ਇੱਕ ਅਰੇਂਜਮੈਂਟ ਵਾ, ਅਰੇਂਜਮੈਂਟ ਆਫ 8 ਨੰਬਰਸ। ਠੀਕ ਹੈ, ਸੋ ਇਹਨੂੰ ਅਸੀਂ ਇੱਕ ਹੋਰ ਤਰੀਕੇ ਨਾਲ ਇਹਨੂੰ ਸਮਝ ਸਕਦੇ ਹਾਂ। ਸਪੋਜ਼ ਕਰੋ ਕਿ ਸਾਡੇ ਕੋਲ ਕੋਈ ਨੰਬਰਸ ਆ, ਸਾਨੂੰ ਕਿਸੇ ਨੇ ਨੰਬਰਸ ਦੇਤੇ 2 4 6 8 10 12। ਸਾਨੂੰ ਕਿੰਨੇ ਨੰਬਰ ਦੇਤੇ, 1 2 3 4 5 6 ਨੰਬਰ ਦੇਤੇ। ਠੀਕ ਹੈ, ਹੁਣ ਇਹਨਾਂ ਨੂੰ ਅਸੀਂ ਕਈ ਤਰੀਕੇ ਨਾਲ ਅਰੇਂਜ ਕਰ ਸਕਦੇ ਹਾਂ। ਜਾਂ ਤਾਂ ਮੈਂ ਇਹਨਾਂ ਨੂੰ ਇਦਾਂ ਅਰੇਂਜ ਕਰ ਲਵਾਂ 2 4 6 8 10 12। ਤੁਸੀਂ ਦੇਖੋਗੇ ਇਹਦੇ ਵਿੱਚ ਸਾਡੇ ਕੋਲ ਕਿੰਨੀਆਂ ਰੋਜ਼ ਆਈਆਂ, 1 ਰੋ ਆਉਣਗੇ। ਪਰ ਕਾਲਮ ਕਿੰਨੇ ਆ ਗਏ, ਕਾਲਮ 1 ਕਾਲਮ 2 ਕਾਲਮ 3 ਕਾਲਮ 4 ਕਾਲਮ 5 ਕਾਲਮ 6। ਸੋ ਇਹਦੇ ਵਿੱਚ ਕਿੰਨੇ ਕਾਲਮ ਆ ਗਏ, 6 ਕਾਲਮਸ ਆ ਗਏ ਸਾਡੇ। ਠੀਕ ਹੈ, ਅਸੀਂ ਜਦੋਂ ਵੀ ਕੋਈ ਅਰੇਂਜਮੈਂਟ ਕਰਨਾ ਵਾ, ਇਹਦੇ ਵਿੱਚ ਇਹ ਫਿਕਸ ਵਾ ਕਿ ਅਸੀਂ ਕਦੀ ਵੀ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਕਿ ਮੰਨ ਲਓ ਮੈਂ ਇੱਕ ਅਰੇਂਜਮੈਂਟ ਇਦਾਂ ਕਰ ਲੈਣਾ ਇਹਦਾ ਕਿ 2 4 6 8, ਜਿਹੜਾ 10 ਤੇ 12 ਆ ਮੈਂ ਇੱਥੇ ਲਿਖ ਦਵਾਂ। ਮਤਲਬ ਇਹ ਅਰੇਂਜਮੈਂਟ ਮੇਰਾ ਗਲਤ ਹੈ, ਕਿਉਂਕਿ ਮੈਂ ਆਹ ਜਗ੍ਹਾ ਖਾਲੀ ਨਹੀਂ ਛੱਡ ਸਕਦਾ। ਠੀਕ ਹੈ, ਮੈਂ ਟਰਾਈ ਕਰਨਾ ਵਾ ਕਿ ਈਚ ਰੋ ਦੇ ਵਿੱਚ, ਈਚ ਰੋ ਮਤਲਬ ਹਰੇਕ ਰੋ ਦੇ ਵਿੱਚ ਇਕੁਅਲ ਨੰਬਰ ਆਫ ਐਲੀਮੈਂਟਸ ਹੋਣ, ਇਕੁਅਲ ਨੰਬਰ ਆਫ ਐਲੀਮੈਂਟਸ ਹੋਣੇ ਚਾਹੀਦੇ ਆ, ਦੈਨ ਹੀ ਅਸੀਂ ਮੈਟ੍ਰਿਸਿਸ ਕੰਸੀਡਰ ਕਰ ਸਕਦੇ। ਇਹਦਾ ਮਤਲਬ ਹੁਣ ਦੇਖੋ ਇਹ ਅਰੇਂਜਮੈਂਟ ਗਲਤ ਆ, ਕਿਉਂਕਿ ਇਹਦੇ ਵਿੱਚ 4 ਐਲੀਮੈਂਟ ਆ, 1 2 3 4। ਇਹਦੇ ਵਿੱਚ ਮਤਲਬ ਐਲੀਮੈਂਟ ਨੂੰ ਛੱਡੋ, ਐਲੀਮੈਂਟ ਅਸੀਂ ਬਾਅਦ ਚੋਂ ਡਿਸਕਸ ਕਰਾਂਗੇ। ਅਸੀਂ ਮੇਨ ਇਹ ਕਹਿ ਸਕਦੇ ਵੀ ਸਾਡੇ ਕੋਲ ਜਿਹੜੇ ਡਿਜਿਟ ਵਾ ਇਹਦੇ ਵਿੱਚ 1 2 3 4 ਵਾ, ਬਟ ਇਹਦੇ ਵਿੱਚ 2 ਹੀ ਆ, ਇੱਥੇ ਸਾਡੇ ਕੋਲ ਹੈ ਨਹੀਂ ਕੋਈ ਵੀ। ਸੋ ਇਹ ਅਰੇਂਜਮੈਂਟ ਗਲਤ ਵਾ, ਇਹਨੂੰ ਅਸੀਂ ਮੈਟ੍ਰਿਕਸ ਨੂੰ ਸਮਝਣ ਦੇ ਲਈ ਅਸੀਂ ਇਹਨੂੰ ਕੰਸੀਡਰ ਨਹੀਂ ਕਰਦੇ। ਠੀਕ ਹੈ, ਸੋ ਅਸੀਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਕਿੱਦਾਂ ਅਰੇਂਜ ਕਰ ਸਕਦੇ ਹਾਂ। ਮੈਂ ਇਹ 'ਚ ਇੱਕੋ ਰੋ ਬਣਾਈ, ਸੋ ਮੰਨ ਲਓ ਸਪੋਜ਼ ਕਰੋ ਮੈਂ 2 4 6 ਲਿਖ ਲੈਣਾ, ਬਾਅਦ ਚੋਂ 8 10 ਤੇ 12 ਲਿਖ ਲੈਣਾ। ਸੋ ਦਿਸ ਇਜ਼ ਪੋਸੀਬਲ, ਕਿਉਂਕਿ ਦਿਸ ਇਜ਼ ਫਸਟ ਰੋ। ਨੰਬਰ ਆਫ ਡਿਜਿਟਸ ਕਿੰਨੇ ਆ ਇਹਦੇ ਵਿੱਚ, ਸਾਡੇ ਕੋਲ 3 ਵਾ। ਇਹ ਸੈਕੰਡ ਰੋ ਆ, ਇਹਦੇ ਵਿੱਚ ਵੀ ਨੰਬਰ ਆਫ ਡਿਜਿਟਸ ਕਿੰਨੇ ਆ ਸਾਡੇ ਕੋਲ, ਦੈਟ ਇਜ਼ 3। ਸੋ ਇਹ ਪੋਸੀਬਲ ਆ। ਇਹਦੇ ਵਿੱਚ ਕਾਲਮ ਦੇ ਵਿੱਚ ਇਹ ਕਾਲਮ ਪਹਿਲਾ ਵਾ, ਇਹ ਕਾਲਮ ਦੂਜਾ ਵਾ, ਇਹ ਕਾਲਮ ਤੀਜਾ। ਇਹਦੇ ਵਿੱਚ ਵੀ ਕਿੰਨੇ ਐਲੀਮੈਂਟ ਆ, 2। ਠੀਕ ਹੈ, ਇਹਦੇ ਵਿੱਚ ਵੀ 1 ਤੇ 2 ਡਿਜਿਟਸ ਵਾ ਸਾਡੇ ਕੋਲ, ਇਹਦੇ ਵਿੱਚ ਵੀ 2 ਡਿਜਿਟਸ। ਸੋ ਇਸ ਤਰੀਕੇ ਨਾਲ ਅਸੀਂ ਕਿਸੇ ਵੀ ਡਾਟੇ ਦਾ ਇੱਕ ਅਰੇਂਜਮੈਂਟ ਕਰ ਸਕਦੇ ਹਾਂ। ਠੀਕ ਹੈ, ਉਹਦੇ ਵਿੱਚ ਨੰਬਰਸ ਹੋਣਗੇ ਤੇ ਨੰਬਰਸ ਕਿਸੇ ਪਾਰਟਿਕੂਲਰ ਡਾਟਾ ਤੋਂ ਆਏ ਹੋ ਸਕਦੇ। ਉਹ ਵੈਦਰ ਬॉयਜ਼ ਗਰਲਸ ਦਾ ਹੋਵੇ, ਉਹ ਵੈਦਰ ਅਸੀਂ ਸਕੂਲ ਦੇ ਹਿਸਾਬ ਨਾਲ ਸੋਚਿਆ, ਉਹ ਵੈਦਰ ਅਸੀਂ ਕਿਸੇ ਪਿੰਡ ਦੇ ਵਿੱਚ ਸੋਚ ਸਕਦੇ ਹਾਂ ਕਿ ਉਸ ਪਿੰਡ ਦੇ ਵਿੱਚ ਕਿੰਨੇ ਆਦਮੀ ਆ, ਕਿੰਨੀਆਂ ਔਰਤਾਂ ਵਾ, ਕਿੰਨੇ ਬੱਚੇ ਆ। ਠੀਕ ਹੈ, ਕਿੰਨੇ ਬੁੱਢੇ ਆ, ਕਿੰਨੇ ਹੈ ਨਾ, ਮਤਲਬ ਕਿੰਨੇ ਫੋਰਨ ਗਏ ਹੋਏ ਆ, ਉਹ ਅਸੀਂ ਲਾਰਜ ਨੰਬਰ ਆਫ ਸੈਂਸ ਦੇ ਵਿੱਚ ਲੈ ਕੇ ਜਾ ਸਕਦੇ ਹਾਂ। ਠੀਕ ਹੈ, ਬਟ ਐਲੀਮੈਂਟਸ ਉਹਦੇ ਵਿੱਚ ਸੇਮ ਹੋਣਗੇ। ਜੇ ਮੰਨ ਲਓ ਕੋਈ ਵੀ ਗਰਲਸ ਨਹੀਂ ਹੋਊਗੀ ਤਾਂ ਉੱਥੇ ਅਸੀਂ 0 ਗਰਲਸ ਕਹਿ ਲਾਂਗੇ। ਉਹ ਇਸ ਤਰੀਕੇ ਨਾਲ ਅਸੀਂ ਅਰੇਂਜਮੈਂਟ ਸ਼ਿਫਟ ਕਰ ਸਕਦੇ ਹਾਂ। ਠੀਕ ਹੈ, ਇਸੇ ਡਾਟੇ ਨੂੰ ਅਸੀਂ ਕਿਸੇ ਹੋਰ ਤਰੀਕੇ ਨਾਲ ਵੀ ਸ਼ਿਫਟ ਕਰ ਸਕਦੇ ਹਾਂ। ਅਸੀਂ ਅੱਗੇ ਦੇਖਦੇ ਹਾਂ। ਸੋ ਦੇਖੋ ਇੱਥੇ ਅਸੀਂ ਸੇਮ ਡਾਟਾ ਸੀਗਾ ਸਾਡੇ ਕੋਲ ਇਹ ਡਾਟਾ ਇੱਥੇ ਬॉयਜ਼ ਐਂਡ ਗਰਲਸ ਲਿਖਿਆ ਸੀ, ਮੈਂ ਬॉयਜ਼ ਐਂਡ ਗਰਲਸ ਜਿਹੜੇ ਉਹ ਇੱਧਰ ਨੂੰ ਸ਼ਿਫਟ ਕਰਤੇ ਆ, ਤੇ ਜਿਹੜੇ ਕਲਾਸਿਸ ਆ ਉਹ
ਇੱਥੇ ਸ਼ਿਫਟ ਕਰਤੇ ਆ, ਇਸ ਤਰੀਕੇ ਨਾਲ ਮੈਂ ਇੱਥੇ ਲਿਖਤਾ। ਜਦੋਂ ਮੈਂ ਡਾਟਾ ਫਿਲ ਕਰੂੰਗਾ ਮੇਰੇ ਕੋ 9th ਕਲਾਸ ਦੇ ਵਿੱਚ ਜਿਹੜੇ ਬॉयਜ਼ ਸੀਗੇ ਉਹ 15 ਸੀਗੇ, ਠੀਕ ਹੈ, ਗਰਲਜ਼ 20 ਸੀਗੀਆਂ। 10th ਕਲਾਸ ਦੇ ਵਿੱਚ 40 ਬॉयਜ਼ ਸੀਗੇ ਤੇ 25 ਗਰਲਜ਼ ਸੀਗੀਆਂ। ਤੇ ਇੱਥੇ ਸਾਡੇ ਕੋਲ 30 ਤੇ 30 ਦੋਨੇ ਸੀਗੇ, ਤੇ ਇੱਥੇ 30 ਤੇ 35 ਸੀਗੇ। ਸੋ ਤੁਸੀਂ ਦੇਖੋਗੇ ਇਹਦੇ ਵਿੱਚ ਹੁਣ ਸਾਡੇ ਕੋਲ ਫਸਟ ਰੋ ਇਹ, ਦਿਸ ਇਜ਼ ਸੈਕਿੰਡ ਰੋ, ਠੀਕ ਹੈ। ਸੋ ਦਿਸ ਇਜ਼ ਫਸਟ ਕਾਲਮ, ਕਾਲਮ ਫਸਟ, ਕਾਲਮ 2, ਕਾਲਮ 3, ਕਾਲਮ 4, ਬਟ ਐਲੀਮੈਂਟ ਸੇਮ ਆ। ਕਾਲਮ 1 ਚ ਵੀ 2 ਆ, ਕਾਲਮ 2 ਚ ਵੀ 2 ਆ, ਕਾਲਮ 3 ਚ ਵੀ 2 ਆ, ਕਾਲਮ 4 ਚ ਵੀ 2। ਸੋ ਇੱਕ ਨਵਾਂ ਅਰੇਂਜਮੈਂਟ ਹੋ ਗਿਆ। ਸੋ ਅਸੀਂ ਅਰੇਂਜਮੈਂਟ ਕਰਨਾ ਵਾ ਨੰਬਰਾਂ ਦਾ, ਨੰਬਰ ਉਨੇ ਹੀ ਆ ਬਟ ਅਰੇਂਜਮੈਂਟ ਡਿਫਰੈਂਟ ਆ ਗਿਆ। ਸੋ ਇਹ ਪੋਸੀਬਲ ਆ। ਹੁਣ ਅਸੀਂ ਮੈਟ੍ਰਿਕਸਿਸ ਦਾ ਜਿਹੜਾ ਡੈਫੀਨੇਸ਼ਨ ਆ ਉਹ ਅਸੀਂ ਸਮਝ ਸਕਦੇ ਹਾਂ ਕਿ ਮੈਟ੍ਰਿਕਸਿਸ ਕੀ ਹੁੰਦੀ ਆ। ਸੋ ਧਿਆਨ ਨਾਲ ਸਮਝਣਾ ਜਰਾ ਕਿ ਰੈਕਟੈਂਗੂਲਰ, ਤੁਸੀਂ ਦੇਖੋ ਕਿ ਇਹ ਇੱਕ ਰੈਕਟੈਂਗਲ ਬਣਦੀ ਹੈ। ਮਤਲਬ ਜੇ ਮੈਂ ਇਹਨੂੰ ਮੈਟ੍ਰਿਸਿਸ ਬਣਾ ਦਿੰਦਾ ਇੱਥੇ ਤਾਂ ਇਹ ਇੱਕ ਰੈਕਟੈਂਗਲ ਵਾਂਗੂ ਬਣਦੀ ਆ, ਬਟ ਅਸੀਂ ਉਹਦੇ ਵਿੱਚ ਥੋੜੀ ਥੋੜੀ ਜਗ੍ਹਾ ਛੱਡ ਕੇ ਰੋਜ਼ ਤੇ ਕਾਲਮ ਬਣਾ ਦਿੰਦੇ ਹਾਂ, ਠੀਕ ਹੈ। ਜੋ ਹੌਰੀਜ਼ੌਂਟਲ ਹੁੰਦੇ ਆ ਦੈਟ ਆਰ ਰੋਜ਼ ਐਂਡ ਵਰਟੀਕਲ ਹੁੰਦੇ ਆ ਦੈਟ ਆਰ ਕਾਲਮਸ। ਸੋ ਹੁਣ ਅਸੀਂ ਮੈਟ੍ਰਿਸਿਸ ਦੀ ਜਿਹੜੀ ਡੈਫੀਨੇਸ਼ਨ ਪਾਰਟਿਕੂਲਰ ਸਾਡੀ ਆ ਉਹ ਕਲੀਅਰ ਹੋ ਜਾਂਦੀ ਹੈ। ਅ ਰੈਕਟੈਂਗੂਲਰ ਅਰੇਂਜਮੈਂਟ ਆਫ, ਰੈਕਟੈਂਗੂਲਰ ਅਰੇਂਜਮੈਂਟ ਆਫ, ਮੈਂ ਇੱਥੇ ਲਿਖਦਾ ਵਾਂ MN। ਇਹ ਧਿਆਨ ਨਾਲ ਸਮਝਣਾ ਕਿ MN ਕੀ ਆ। ਰੈਕਟੈਂਗੂਲਰ ਅਰੇਂਜਮੈਂਟ ਆਫ MN ਨੰਬਰਸ is called matrix, ਠੀਕ ਹੈ। ਅਸੀਂ ਇੱਥੇ ਮੈਟ੍ਰਿਸਿਸ ਨਹੀਂ ਕਹਾਂਗੇ, ਅਸੀਂ ਇੱਥੇ ਵੀ ਮੈਟ੍ਰਿਕਸ ਕਹਿ ਸਕਦੇ ਹਾਂ, ਠੀਕ ਹੈ। ਮੈਟ੍ਰਿਕਸ, ਅਸੀਂ ਸਿੰਗਲ ਇੱਕ ਮੈਟ੍ਰਿਕਸ ਦੀ ਗੱਲ ਕਰਦੇ ਪਏ ਹਾਂ, ਮੈਟ੍ਰਿਸਿਸ ਮਤਲਬ ਇੱਕ ਤੋਂ ਜ਼ਿਆਦਾ ਹੁੰਦੇ ਆ। ਸੋ ਅ ਰੈਕਟੈਂਗੂਲਰ ਅਰੇਂਜਮੈਂਟ ਆਫ MN ਨੰਬਰਸ ਇਜ਼ ਕਾਲਡ ਮੈਟ੍ਰਿਕਸ ਵੇਅਰ, ਅਸੀਂ ਨੋਟ ਕਰਾਂਗੇ ਧਿਆਨ ਨਾਲ, ਵੇਅਰ ਨੰਬਰ ਸੌਰੀ M is called ਜਿਹੜਾ ਸਮਾਲ m ਆ ਨੰਬਰ ਆਫ ਰੋਜ਼ ਹੋਣਗੀਆਂ ਐਂਡ n is called number of columns, ਠੀਕ ਹੈ। ਐਗਜ਼ਾਮਪਲ ਦੇ ਤੌਰ ਤੇ ਸਮਝ ਲੈਂਦੇ ਹਾਂ ਅਸੀਂ, ਠੀਕ ਹੈ। ਐਗਜ਼ਾਮਪਲ ਅਸੀਂ ਕਰ ਸਕਦੇ ਹਾਂ ਕਿ ਅਸੀਂ m ਨੂੰ ਕੀ ਮੰਨ ਲੈਂਦੇ ਹਾਂ 3, n ਨੂੰ ਅਸੀਂ ਮੰਨ ਲੈਂਦੇ ਹਾਂ 4। ਇਹਦਾ ਮਤਲਬ ਕਿੰਨੇ ਨੰਬਰਾਂ ਦੀ ਅਰੇਂਜਮੈਂਟ ਕਰਨੀ, mn ਦਾ ਮਤਲਬ mn ਨਾਲ ਮਲਟੀਪਲਾਈ ਹੋ ਰਿਹਾ ਵਾ। ਸੋ ਇਹ ਆ ਜਾਏਗਾ m into n। ਸੋ ਸਾਡੇ ਕੋਲ ਆ ਜਾਏਗਾ 3 into 4 that is 12 numbers। ਸੋ ਇਹਦਾ ਮਤਲਬ 12 ਨੰਬਰਸ ਦਾ ਅਸੀਂ ਅਰੇਂਜਮੈਂਟ ਕਰਨਾ ਵਾ। ਤੁਸੀਂ 12 ਨੰਬਰਸ ਕੋਈ ਵੀ ਮੰਨ ਸਕਦੇ ਆ। ਮੈਂ A B C D E F G H I ਤੇ J, ਠੀਕ ਹੈ। ਸੋ K ਤੇ L, ਸਾਡੇ ਕੋਲ 12 ਨੰਬਰਸ ਆ ਗਏ। ਸੋ ਇਹਨਾਂ ਦਾ ਅਰੇਂਜਮੈਂਟ ਤੁਸੀਂ ਬਹੁਤ ਸਾਰੇ ਤਰੀਕਿਆਂ ਨਾਲ ਤੁਸੀਂ ਕਰ ਸਕਦੇ ਆ, ਠੀਕ ਹੈ। ਸੋ ਇਹਨਾਂ ਨੂੰ ਤੁਸੀਂ ਇੱਦਾਂ ਵੀ ਲਿਖ ਸਕਦੇ ਆ। ਸਪੋਜ਼ ਕਰੋ ਕਿ ਤੁਸੀਂ A B C D E F G H I J K L। ਸੋ ਇਹ ਤੁਸੀਂ ਕਾਲਮ 1, ਕਾਲਮ 2, ਕਾਲਮ 3, 4, 5, 6, 7, 8, 9, 10, 11, 12 ਕਾਲਮ ਬਣਾਤੇ ਤੇ ਇੱਕ ਰੋ ਬਣਾਤੀ, ਠੀਕ ਹੈ। ਜੇ ਦੂਜੀ ਤਰ੍ਹਾਂ ਦੇਖੀਏ ਤਾਂ ਆਪਾਂ A B C D, ਠੀਕ ਹੈ, E F ਮਤਲਬ ਇੱਕ ਰੋ ਬਣਾਤੀ ਤੇ ਬਾਕੀ ਸਾਰਾ ਕੁਝ ਅਸੀਂ ਨੀਚੇ ਲਿਖ ਸਕਦੇ ਹਾਂ ਦੈਟ ਇਜ਼ G H I J K L, ਠੀਕ ਹੈ। ਸੋ ਇਹ ਸਾਡੀ ਇਸ ਤਰੀਕੇ ਨਾਲ ਸਕੁਅਰ ਬ੍ਰੈਕਟ ਦੇ ਵਿੱਚ ਅਸੀਂ ਪਾ ਦਾਂਗੇ ਤਾਂ ਸਾਡੇ ਕੋਲ ਆ ਜਾਏਗਾ ਸੈਕਿੰਡ ਰੋ, ਠੀਕ ਹੈ। ਫਸਟ ਰੋ, ਸੈਕਿੰਡ ਰੋ। ਹੋਰ ਕਈ ਤਰੀਕੇ ਨਾਲ ਅਸੀਂ ਅਰੇਂਜ ਕਰ ਸਕਦੇ ਹਾਂ, ਜਿੰਨੇ ਵੀ ਤੁਸੀਂ ਤਰੀਕੇ ਨਾਲ ਅਰੇਂਜ ਕਰ ਸਕਦੇ A B C। ਜੇ ਮੈਂ ਇੱਥੇ ਰੱਖ ਦਿੰਦਾ ਫਿਰ D E F ਮੈਂ ਇੱਥੇ ਰੱਖ ਦਿੰਦਾ ਵਾਂ, ਦੈਨ G H I ਮੈਂ ਇੱਥੇ ਰੱਖ ਦਿੰਦਾ, J K L ਮੈਂ ਇੱਥੇ ਰੱਖ ਦਿੰਦਾ। ਸੋ ਇਹ ਵੀ ਇੱਕ ਅਰੇਂਜਮੈਂਟ ਹੋ ਗਿਆ। ਇਹਦੇ ਵਿੱਚ ਰੋ 1, ਰੋ 2, ਰੋ 3, ਰੋ 4, ਕਾਲਮ 1, ਕਾਲਮ 2, ਕਾਲਮ 3। ਸੋ ਇਸ ਤਰੀਕੇ ਨਾਲ ਅਸੀਂ ਸੋ ਮੈਨੀ ਅਰੇਂਜਮੈਂਟਸ ਜਿਹੜੇ ਆ ਕਿਸੇ ਵੀ ਨੰਬਰਾਂ ਦੇ ਅਸੀਂ ਕਰ ਸਕਦੇ ਹਾਂ। ਸੋ ਸਾਡੇ ਕੋਲ ਮੈਟ੍ਰਿਕਸ ਕੀ ਸੀਗਾ, ਅ ਰੈਕਟੈਂਗੂਲਰ ਅਰੇਂਜਮੈਂਟ ਆਫ MN ਨੰਬਰਸ ਇਜ਼ ਕਾਲਡ ਮੈਟ੍ਰਿਕਸ ਵੇਅਰ M is called number of rows and N is called number of columns। ਸੋ ਇੱਕ ਚੀਜ਼ ਇਹਦੇ ਵਿੱਚ ਆ ਜਾਂਦੀ ਹੈ, ਜਦੋਂ ਹੀ ਸਾਡੇ ਕੋਲ MN ਨੰਬਰਸ ਆ ਜਾਂਦੇ ਆ ਤਾਂ ਅਸੀਂ ਇੱਕ ਆਰਡਰ ਸ਼ਿਫਟ ਕਰਦੇ ਹਾਂ। ਸੋ ਇੱਥੇ ਧਿਆਨ ਨਾਲ ਸਮਝਣਾ, ਆਰਡਰ ਆਫ ਦਾ ਮੈਟ੍ਰਿਕਸ ਹੁੰਦਾ ਵਾ ਇੱਕ, ਆਰਡਰ ਆਫ ਮੈਟ੍ਰਿਸਿਸ, ਮੈਟ੍ਰਿਸਿਸ ਦਾ ਇੱਕ ਆਰਡਰ ਹੁੰਦਾ ਵਾ। ਸੋ ਅਸੀਂ ਕਹਾਂਗੇ ਇਫ ਅ ਮੈਟ੍ਰਿਕਸ has M rows
एंड n कॉलम्स। जिवें कि साडे कोल पिछे असीं डेफिनेशन च लिखिआ जे m रोज आ ते n कॉलम्स आ, then order of the matrix is called m cross n। ठीक है, फिर m रोज आ, n की आ कॉलम्स आ, m क्रॉस n। ਜਾਂ ਅਸੀਂ ਸਿੰਪਲੀ ਇੱਕ ਚੀਜ਼ ਹੋਰ ਲਿਖਦੇ ਹਾਂ ਆਰਡਰ ਆਫ ਮੈਟ੍ਰਿਕਸ ਨੂੰ, ਅਸੀਂ ਕਹਿੰਦੇ ਹਾਂ ਕਿ ਮੈਟ੍ਰਿਕਸ is of the type m cross n। ठीक है, सो ये भी ਅਸੀਂ ਇਸ ਤਰੀਕੇ ਨਾਲ ਕਹਿ ਸਕਦੇ, ਟਾਈਪ ਕਹਿ ਦਿੰਦੇ ਆ ਜਾਂ ਆਰਡਰ ਕਹਿ ਦਿੰਦੇ ਆ। ਠੀਕ ਹੈ, ਸੋ ਇਹ ਤੁਹਾਨੂੰ ਨੋਟ ਹੋਣਾ ਚਾਹੀਦਾ ਵਾ। ਹੁਣ ਉਸ ਤੋਂ ਨੈਕਸਟ ਅਸੀਂ ਦੇਖ ਸਕਦੇ, ਦੇਖੋ ਜਿਹੜੀ ਆ ਮੈਟ੍ਰਿਕਸ ਅਸੀਂ ਲਿਖੀ, ਇੱਕ ਐਗਜ਼ਾਮਪਲ ਲਿਖੀ ਆ, ਇਹਦੇ ਵਿੱਚ ਕਿੰਨੇ ਰੋਜ਼ ਆ, 4 ਰੋਜ਼। ਸੋ ਅਸੀਂ ਕਵਾਂਗੇ ਇਹ ਕਿੰਨੇ ਆਰਡਰ ਦੀ ਆ, ਇਹਦਾ ਆਰਡਰ ਕੀ ਆ, 4 ਮਲਟੀਪਲਾਈ 1 2 ਤੇ 3 ਕਾਲਮ। ਦਿਸ ਇਜ਼ ਆਫ 4 क्रॉस 3 ਆਰਡਰ, ਔਰ ਅਸੀਂ ਕਹਿ ਸਕਦੇ 4 क्रॉस, ਅਸੀਂ ਇਹਨੂੰ ਪੜ੍ਹਦੇ ਕੀ ਆ 4 क्रॉस 3 ਟਾਈਪ ਲਿਖਦੇ ਆ। ਠੀਕ ਹੈ, ਮਤਲਬ ਬੋਲਦੇ ਅਸੀਂ ਇਹਨੂੰ 4 क्रॉस 3 ਆ, ਅਦਰਵਾਈਜ਼ 4 ਮਲਟੀਪਲਾਈ 3 ਜਾਂ क्रॉस ਕਹਿ ਲਓ, 4 क्रॉस 3 ਟਾਈਪ ਅਸੀਂ ਬੋਲ ਕੇ, ਜਦੋਂ ਸਾਨੂੰ ਕੋਈ ਪੁੱਛੇਗਾ ਕਿ ਕੋਈ ਐਗਜ਼ਾਮਪਲ ਟੀਚਰ ਸਾਡੀ ਲਿਖ ਦੇਗਾ ਜਾਂ ਤੁਹਾਨੂੰ ਪੇਪਰ ਦੇ ਵਿੱਚ ਪੁੱਛੇਗਾ ਕਿ ਇਹਦਾ ਕੀ ਆਰਡਰ ਆ, ਤਾਂ ਅਸੀਂ ਰੋਜ਼ ਗਿਣਾਂਗੇ ਕਿੰਨੀਆਂ ਵਾ ਇਹਦੀਆਂ। ਠੀਕ ਹੈ, ਤੇ ਕਾਲਮ ਗਿਣਾਂਗੇ, ਤੇ ਪਹਿਲਾਂ ਰੋਜ਼ ਲਿਖਾਂਗੇ ਫਿਰ ਕਾਲਮ ਲਿਖਾਂਗੇ, ਤੇ ਉਹ ਕ੍ਰਾਸ ਪਾ ਕੇ ਕਹਿ ਦਾਂਗੇ ਇਹਦਾ ਆਰਡਰ ਵਾ। ਸੋ ਜੇ ਮੈਂ ਇੱਥੇ ਗੱਲ ਕਰਾਂ ਤੇ ਇਹਦੀਆਂ ਕਿੰਨੀਆਂ ਰੋਜ਼ ਆ, 2, ਕਾਲਮ ਕਿੰਨੇ ਆ, 1 2 3 4 5 6। ਸੋ 2 क्रॉस 6 ਆਰਡਰ ਦੀ ਇਹ ਜਿਹੜੀ ਆ ਇਹ ਮੈਟ੍ਰਿਕਸ। ਸੋ ਠੀਕ ਹੈ, ਮੇਰੇ ਹਿਸਾਬ ਨਾਲ ਤੁਹਾਨੂੰ ਮੈਟ੍ਰਿਕਸ ਇੱਕ ਰੈਕਟੈਂਗੂਲਰ ਅਰੇਂਜਮੈਂਟ ਆਫ ਕਿਸੇ ਵੀ ਨੰਬਰਸ ਦਾ ਹੁੰਦਾ ਵਾ। ਉਹਦੇ ਵਿੱਚ ਇਹ ਜ਼ਰੂਰੀ ਰੱਖਣਾ ਵਾ ਕਿ ਅਸੀਂ ਹਰ ਰੋ ਦੇ ਵਿੱਚ ਉਨੇ ਹੀ ਐਲੀਮੈਂਟ ਹੋਣੇ ਚਾਹੀਦੇ ਆ ਜਿੰਨੇ ਸੈਕਿੰਡ ਰੋ 'ਚ ਆ। ਜੇ ਥਰਡ ਰੋ ਆ, ਥਰਡ ਰੋ 'ਚ ਵੀ ਉਨੇ ਹੀ ਹੋਣੇ ਚਾਹੀਦੇ, ਜਿੱਦਾਂ ਇੱਥੇ ਫਸਟ ਰੋ 'ਚ ਵੀ 3 ਵਾ, ਦੂਜੀ ਰੋ 'ਚ ਵੀ 3 ਵਾ, ਤੀਜੀ ਰੋ 'ਚ ਵੀ 3 ਵਾ, ਚੌਥੀ ਰੋ 'ਚ ਵੀ 3 ਵਾ। ਸੋ ਇਸ ਤਰੀਕੇ ਨਾਲ ਸਾਡੀ ਜਿਹੜੀ ਮੈਟ੍ਰਿਕਸ ਆ ਉਹ ਡਿਫਾਈਨ ਹੁੰਦੀ ਆ। ਫਿਰ ਨੈਕਸਟ ਸਾਡੇ ਕੋਲ ਇਹਦੀਆਂ ਜਿਹੜੀਆਂ ਟਾਈਪਸ ਆਉਂਦੀਆਂ ਵਾ। ਇੱਕ ਚੀਜ਼ ਇੱਥੇ ਨੋਟ ਕਰਨ ਵਾਲੀ ਹੋਰ ਆ ਕਿ ਜੋ ਮੈਟ੍ਰਿਸਿਸ ਦੇ ਵਿੱਚ ਜਿਹੜੇ ਅਸੀਂ ਫਿਲ ਕਰਦੇ ਆ ਕੋਈ ਵੀ ਨੰਬਰ ਜਾਂ ਕੋਈ ਇੰਗਲਿਸ਼ ਅਲਫਾਬੈਟ ਵਾ, ਠੀਕ ਹੈ, ਉਹ ਸਾਰੇ ਜਿਹੜੇ ਆ ਅਸੀਂ ਸਮਾਲ ਲੈਟਰਸ 'ਚ ਲਿਖਦੇ ਆ। ਕਿਹ 'ਚ ਲਿਖਦੇ ਆ, ਸਮਾਲ ਲੈਟਰਸ ਦੇ ਵਿੱਚ। ਠੀਕ ਹੈ, ਜਿਵੇਂ ABCDEF ਇਸ ਤਰੀਕੇ ਨਾਲ ਅਸੀਂ ਲਿਖਦੇ ਆ। ਹੁਣ ਮੇਨ ਸਾਡਾ ਜਿਹੜਾ ਫੋਕਸ ਆ ਮੈਟ੍ਰਿਕਸ ਅਸੀਂ ਕਰ ਚੁੱਕੇ ਆ ਕਿ ਮੈਟ੍ਰਿਕਸ ਇੱਕ ਅਰੇਂਜਮੈਂਟ ਹੁੰਦਾ ਵਾ ਨੰਬਰਸ ਦਾ। ਉਹਦਾ ਆਰਡਰ ਕੀ ਹੁੰਦਾ ਵਾ, ਨੰਬਰ ਆਫ ਰੋਜ਼ ਇਨਟੂ ਨੰਬਰ ਆਫ ਕਾਲਮਸ ਅਸੀਂ ਲਿਖਦੇ ਨੇ। ਜਿਵੇਂ ਅਸੀਂ ਜੇ m ਰੋਜ਼ ਆ ਤਾਂ ਅਸੀਂ ਕਹਿੰਦੇ m क्रॉस n ਆਰਡਰ ਦੀ ਉਹ ਮੈਟ੍ਰਿਕਸ ਆ। ਠੀਕ ਆ, ਆਰਡਰ ਆਫ ਦਾ ਮੈਟ੍ਰਿਕਸ m क्रॉस n ਹੁੰਦਾ। ਸੋ ਨੈਕਸਟ ਅਸੀਂ ਨੋਟੇਸ਼ਨਸ ਦੇਖਦੇ ਹਾਂ। ਸੋ ਨੋਟੇਸ਼ਨਸ ਐਂਡ ਸਿੰਬਲਸ। ਮੈਟ੍ਰਿਕਸ ਨੂੰ ਅਸੀਂ ਮੈਟ੍ਰਿਕਸ ਇਜ਼ ਡਿਨੋਟਡ ਬਾਏ ਇੰਗਲਿਸ਼ ਅਲਫਾਬੈਟਸ। ਸੋ ਅਸੀਂ ਕਹਿ ਸਕਦੇ ਕੈਪੀਟਲ ਇੰਗਲਿਸ਼ ਅਲਫਾਬੈਟਸ ਮਤਲਬ। ਠੀਕ ਹੈ, ਜਿਵੇਂ ABCD ਇੱਦਾਂ ਅਸੀਂ ਕੋਈ ਵੀ ਨਾਮ ਪਾ ਸਕਦੇ ਕੈਪੀਟਲਸ। ਸੋ ਜਿਵੇਂ ਸਪੋਜ਼ ਕਰੋ ਮੇਰੇ ਕੋਲ ਮੈਂ ਇੱਕ ਮੈਟ੍ਰਿਸਿਸ ਹੈ 2 3 4 5। ਠੀਕ ਹੈ, ਸੋ ਇਸ ਮੈਟ੍ਰਿਸਿਸ ਨੂੰ ਮੈਂ ਇੱਕ ਨਾਮ ਦਊਂਗਾ, ਉਹ ਮੈਂ ਨਾਮ A ਬਰਾਬਰ ਦੇ ਸਕਦਾ ਜਾਂ B ਬਰਾਬਰ ਦੇ ਸਕਦਾ ਜਾਂ C ਬਰਾਬਰ ਦੇ ਸਕਦਾ। ਠੀਕ ਹੈ, ਉਸ ਤੋਂ ਬਾਅਦ ਮੇਨ ਹੈਗਾ ਕਿ ਜਿਹੜੇ ਐਲੀਮੈਂਟਸ ਵਾ ਨਾ, ਐਲੀਮੈਂਟਸ ਧਿਆਨ ਰੱਖਣਾ, ਜਿਹੜੇ ਅੰਦਰਲੀ ਡਿਜਿਟ ਹੁੰਦੇ ਆ ਉਹ ਹੁੰਦੇ ਆ these are called elements of that matrix। ਸੋ ਐਲੀਮੈਂਟਸ ਕਿਹਨਾਂ ਡਿਨੋਟ ਹੁੰਦੇ ਆ, ਇਹ ਸਮਾਲ ਲੈਟਰਸ ਨਾਲ ਹੁੰਦੇ, ਸਮਾਲ ਲੈਟਰਸ ਦੇ ਨਾਲ ਹੁੰਦੇ ਆ। ਸੋ ਸਮਾਲ ਲੈਟਰਸ ਜਿਵੇਂ ABCD, ਮਤਲਬ ਕਹਿਣ ਦਾ ਭਾਵ ਇਹ ਹੈ ਕਿ ਮੈਂ ਜੇ A ਮੈਟ੍ਰਿਕਸ ਲਈ ਹੈ ਇਹਦੇ ਵਿੱਚ ਮੈਂ ਸਿੰਪਲੀ ਇਹ ਲਿਖ ਸਕਦਾ ABCD ਲਿਖ ਸਕਦਾ। ਠੀਕ ਹੈ, ਪਰ ਮੈਂ ਇਹ ਨਹੀਂ ਕਿ A ਦੇ ਵਿੱਚ ਹੀ ਮੈਂ ਇਦਾਂ ਲਿਖ ਦੇਵਾਂ ਕੈਪੀਟਲ B ਕੈਪੀਟਲ C ਕੈਪੀਟਲ D ਕੈਪੀਟਲ E, ਇਹ ਗਲਤ ਹੈ। ਠੀਕ ਹੈ, ਸੋ ਅਸੀਂ ਸਮਾਲ ਲੈਟਰਸ ਲਿਖਦੇ ਹਾਂ, ਬਾਕੀ ਅਦਰਵਾਈਜ਼ ਡਿਜਿਟਸ ਹੋਇਆ ਕਰਨਗੇ। ਜਿਵੇਂ ਸਾਡੇ ਕੋਲ ਮੈਂ B ਮੈਟ੍ਰਿਕਸ ਲਿਖ ਲੈਣਾ 2 4 5 6। ਠੀਕ ਹੈ, ਹੁਣ ਇੱਕ ਆਉਂਦਾ ਕਿ ਨੰਬਰ ਆਫ ਐਲੀਮੈਂਟਸ ਇਨ ਮੈਟ੍ਰਿਕਸ। ਨੰਬਰ ਆਫ, ਇਹ ਵੀ ਸਾਡੀ ਨੋਟ ਕਰਨ ਵਾਲੀ ਆ, ਜਸਟ ਐਗਜ਼ਾਮਪਲਸ ਸੀਗੀਆਂ। ਨੰਬਰ ਆਫ ਐਲੀਮੈਂਟਸ ਇਨ ਮੈਟ੍ਰਿਕਸ। ਠੀਕ ਹੈ, ਨੰਬਰ ਆਫ ਐਲੀਮੈਂਟਸ ਇਨ ਮੈਟ੍ਰਿਕਸ ਕਿੰਨੇ ਹੋਣਗੇ, ਜੇ ਮੰਨ ਲਓ ਸਪੋਜ਼ ਕਰੋ
ਆਰਡਰ ਆਫ ਦਾ ਮੈਟ੍ਰਿਕਸ ਜਿਹੜਾ ਵਾ that is m cross n ਆ, then number of elements ਕਿੰਨੇ ਹੋਣਗੇ is equal to m into n। ਮਤਲਬ ਥੋੜਾ ਟੈਕਨੀਕਲ ਜਿਹਾ ਲੱਗਦਾ। ਆਰਡਰ ਆਫ ਦਾ ਮੈਟ੍ਰਿਕਸ ਜੇ ਮੰਨ ਲਓ is m cross n, ਸਪੋਜ਼ ਕਰੋ ਸਾਡੇ ਕੋਲ a ਇੱਕ ਮੈਟ੍ਰਿਕਸ ਆ 2 3 4 5। ਹੁਣ m ਕੀ ਹੁੰਦਾ ਵਾ, ਰੋਜ਼ ਕਿੰਨੀਆਂ ਰੋਜ਼ ਆ, 2 ਰੋਜ਼ into 2 ਹੀ ਰੋਜ਼। ਸੋ ਨੰਬਰ ਆਫ ਐਲੀਮੈਂਟਸ ਕਿੰਨੇ ਆ ਜਾਣਗੇ, that is 2 multiply 2 that is 4 ਆ ਜਾਣਗੇ। ਤੁਸੀਂ ਗਿਣ ਵੀ ਸਕਦੇ ਆ 1 2 3 4। ਠੀਕ ਹੈ, ਜੇ ਇੱਕ ਐਗਜ਼ਾਮਪਲ ਹੋਰ ਲੈ ਲਈਏ ਤਾਂ ਅਸੀਂ ਕਹਿ ਸਕਦੇ a ਮੰਨ ਲਓ ਅਸੀਂ ਸਪੋਜ਼ ਕਰ ਲੈਂਦੇ ਇੱਕ ਮੈਟ੍ਰਿਕਸ 2 3 4 ਥੱਲੇ a b c ਲਿਖ ਲੈਂਦੇ ਆ। ਹੁਣ ਇਹਦੇ ਵਿੱਚ ਕਿੰਨੀਆਂ ਰੋਜ਼ ਆ, 2 ਰੋਜ਼ ਆ, ਕਾਲਮ ਕਿੰਨੇ ਆ, 3 ਕਾਲਮ ਆ। ਸੋ ਇਹਦੇ ਵਿੱਚ ਕਿੰਨੇ ਐਲੀਮੈਂਟ ਹੋਏ ਆ, ਨੰਬਰ ਆਫ ਐਲੀਮੈਂਟਸ ਕਿੰਨੇ ਹੋ ਗਏ ਆ, ਬਰਾਬਰ ਅਸੀਂ ਕਹਿ ਸਕਦੇ ਆ 2 into 3 ਮਤਲਬ 2 into 3 ਮਤਲਬ 6 ਆ ਜਾਣਗੇ। ਤੇ ਗਿਣ ਕੇ ਵੀ ਦੇਖ ਲਓ 1 2 3 4 5 6। ਸੋ ਇਹ ਸਾਡੇ ਕੋਲ ਨੰਬਰ ਆਫ ਐਲੀਮੈਂਟਸ ਆਉਂਦੇ ਆ। ਉਸ ਤੋਂ ਬਾਅਦ ਅਸੀਂ ਮੈਟ੍ਰਿਕਸ ਨੂੰ ਅਸੀਂ ਦੇਖੋ ਸਕੁਏਅਰ ਬ੍ਰੈਕਟ ਪਾਉਂਦੇ ਆ। ਅਸੀਂ ਇੱਥੇ ਇਹ ਕਹਿ ਸਕਦੇ ਆ ਕਿ ਇਹਦੇ ਜਿਹੜੇ ਸਿੰਬਲਸ ਵਾ, ਸਿੰਬਲਸ ਜਿਹੜੇ ਆ ਉਹ ਵੀ ਧਿਆਨ ਨਾਲ ਕਿ ਸਿੰਬਲਸ ਸਾਡੇ ਕੋਲ ਕੁਝ ਫੋਰਨ ਆਥਰਸ ਦੀ ਬੁੱਕ ਦੇ ਵਿੱਚ ਕੁਝ ਸਿੰਬਲ ਕਈ ਤਰ੍ਹਾਂ ਦੇ ਪਾਏ ਜਾਂਦੇ ਆ, ਬਟ ਸਭ ਤੋਂ ਫੇਮਸ ਜੋ ਅਸੀਂ ਪੜਾਂਗੇ ਉਹ ਤੇ ਇੱਕ ਸਕੁਏਅਰ ਬ੍ਰੈਕਟ ਹੋ ਸਕਦਾ ਵਾ। ਠੀਕ ਹੈ, ਉਸ ਤੋਂ ਬਾਅਦ ਕਈ ਵਾਰੀ ਸਮਟਾਈਮ 2 ਲਾਈਨਾਂ ਇੱਦਾਂ 2 ਲਾਈਨਾਂ ਇੱਦਾਂ ਇਸ ਤਰੀਕੇ ਨਾਲ ਵੀ ਪਾ ਦਿੰਦੇ ਆ। ਤੀਜੀ ਨੋਟੇਸ਼ਨ ਜੇ ਅਸੀਂ ਗੱਲ ਕਰੀਏ ਸਾਨੂੰ ਰਾਉਂਡ ਬ੍ਰੈਕਟ ਵੀ ਪਾ ਦਿੰਦੇ ਆ। ਆਹ ਸਾਨੂੰ ਮਿਲ ਸਕਦੀ ਕਾਫੀ ਵਾਰੀ, ਆਹ ਤੇ ਆਹ ਸਾਨੂੰ ਜ਼ਿਆਦਾ ਮਿਲੇਗੀ। ਚੌਥਾ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਸਮਟਾਈਮ ਸਾਨੂੰ ਕਰਲੀ ਬ੍ਰੈਕਟ ਵੀ ਜਿਹੜੀ ਉਹ ਪਾ ਕੇ ਦੇ ਦਿੰਦੇ। ਜਿੱਦਾਂ ਮੰਨ ਲਓ ਮੈਂ ਇੱਕ ਈ ਮੈਟ੍ਰਿਕਸ ਲਿਖਦਾ ਵਾਂ, ਮੈਨੂੰ ਉਹਨੂੰ ਇਦਾਂ ਵੀ ਪਾਇਆ ਹੋ ਸਕਦਾ ਵਾ। ਠੀਕ ਹੈ, ਸੋ ਸ਼ਾਇਦ ਕਿਸੇ ਬੁੱਕ ਦੇ ਵਿੱਚ ਇਸ ਤਰੀਕੇ ਨਾਲ ਵੀ ਲਿਖਿਆ ਹੋ ਸਕਦਾ ਵਾ, ਕਿਸੇ ਬੁੱਕ ਦੇ ਵਿੱਚ ਇਸ ਤਰੀਕੇ ਨਾਲ ਵੀ ਲਿਖਿਆ ਹੋ ਸਕਦਾ ਵਾ, ਕਿਸੇ ਬੁੱਕ ਦੇ ਵਿੱਚ ਇਸ ਤਰੀਕੇ ਨਾਲ ਵੀ ਲਿਖਿਆ ਹੋ ਸਕਦਾ। ਸੋ ਇਹ ਸਭ ਸੇਮ ਲਿਖਣ ਦੇ ਤਰੀਕੇ ਹੀ ਆ। ਸੌਰੀ ਇੱਥੇ ਮੈਂ ਰੋਂਗ ਪਾ ਗਿਆ, ਇੱਥੇ ਮੈਂ 2 ਲਾਈਨਾਂ ਪਾਉਣੀਆਂ ਸੀ। ਠੀਕ ਹੈ, ਸੋ ਇਹ ਚਾਰੇ ਤਰੀਕਿਆਂ ਨਾਲ ਤੁਹਾਨੂੰ ਕਿਤੇ ਮਿਲਿਆ ਹੋ ਸਕਦਾ। ਕੋਈ ਮੇ ਵੀ ਕਿਸੇ ਬੁੱਕ ਦੇ ਵਿੱਚ ਹੋਰ ਕੋਈ ਨੋਟੇਸ਼ਨ ਵੀ ਹੋਵੇ, ਬਟ ਇਹ ਮੇਨ ਬ੍ਰੈਕਟਸ ਦੇ ਵਿੱਚ ਅਸੀਂ ਅਰੇਂਜਮੈਂਟਸ ਦਾ ਨੰਬਰ ਦੇਖੋ। ਹੁਣ ਅਸੀਂ ਮੈਂ ਰਿਕਾਲ ਕਰਵਾ ਰਿਹਾ ਕਿ ਮੈਟ੍ਰਿਕਸ ਦੇ ਵਿੱਚ ਅਸੀਂ ਪੜ੍ਹਿਆ ਕਿ ਅ ਰੈਕਟੈਂਗੂਲਰ ਅਰੇਂਜਮੈਂਟ ਆਫ mn ਨੰਬਰਸ ਇਜ਼ ਕਾਲਡ ਮੈਟ੍ਰਿਕਸ। ਠੀਕ ਹੈ, ਜਿਹਦੇ ਵਿੱਚ m ਨੰਬਰ ਆਫ ਰੋਜ਼ ਹੁੰਦੀਆਂ ਵਾ ਤੇ n ਨੰਬਰ ਆਫ ਕਾਲਮਸ ਹੁੰਦੇ ਆ। ਠੀਕ ਆ, ਫਿਰ ਅਸੀਂ ਉਹਦੇ ਵਿੱਚ ਪੜ੍ਹਿਆ ਵਾ ਕਿ ਰੋਜ਼ ਤੇ ਕਾਲਮਸ ਦੇ ਵਿੱਚ ਐਲੀਮੈਂਟ ਸੇਮ ਹੋਣੇ ਚਾਹੀਦੇ, ਜਿੰਨੇ ਵੀ ਕਾਲਮ ਹੋਣਗੇ ਜਿੰਨੇ ਵੀ ਹੋਣਗੇ ਰੋਜ਼ ਹੋਣਗੀਆਂ। ਫਿਰ ਆਰਡਰ ਆਫ ਦਾ ਮੈਟ੍ਰਿਕਸ ਪੜ੍ਹਿਆ ਅਸੀਂ। ਆਰਡਰ ਆਫ ਦਾ ਮੈਟ੍ਰਿਕਸ ਦੇ ਵਿੱਚ ਅਸੀਂ ਪੜ੍ਹਿਆ ਕਿ ਜਿੰਨੇ ਰੋਜ਼ ਤੇ ਜਿੰਨੇ ਕਾਲਮਸ ਆ ਤੇ ਅਸੀਂ ਪਹਿਲਾਂ ਰੋਜ਼ ਕ੍ਰਾਸ ਕਾਲਮ ਲਿਖ ਕੇ ਕਹਿ ਦਿੰਦੇ ਆ ਕਿ ਉਹਦਾ ਆਰਡਰ ਵਾ। ਠੀਕ ਹੈ, ਜਾਂ ਟਾਈਪ ਕਹਿ ਦਿੰਦੇ ਆ। ਫਿਰ ਅਸੀਂ ਸਿੰਬਲਸ ਪੜ੍ਹੇ ਆ ਕਿ ਮੈਟ੍ਰਿਸਿਸ ਨੂੰ ਅਸੀਂ ਕੈਪੀਟਲ ਲੈਟਰਸ ਨਾਲ A B C ਨਾਲ ਡਿਨੋਟ ਕਰ, ਉਹਦੇ ਐਲੀਮੈਂਟਸ ਨੂੰ ਅਸੀਂ ਜਿਹੜੇ ਆ ਉਹ A B C ਦੇ ਨਾਲ ਡਿਨੋਟ ਕਰਦੇ ਆ ਸਮਾਲ ਅੱਖਰ ਦੇ, ਜਾਂ ਫਿਰ ਗਿਣਤੀ ਵਾਲੇ ਅੱਖਰ ਹੋਣਗੇ, ਕੋਈ ਵੀ ਹੋ ਸਕਦੇ, ਅਯੋਟਾ ਹੋ ਸਕਦਾ, 3 ਅਯੋਟਾ 4 ਅਯੋਟਾ, ਐਨੀਥਿੰਗ, ਕੋਈ ਵੀ ਰੀਅਲ ਨੰਬਰ ਜਿਹੜਾ ਵਾ ਉਹ ਹੋ ਸਕਦਾ। ਫਿਰ ਅਸੀਂ ਕੁਝ ਸਿੰਬਲਸ ਪੜ੍ਹੇ ਆ ਜਿਵੇਂ ਹੁਣੇ। ਸੋ ਹੁਣ ਅਸੀਂ ਪੜਾਂਗੇ ਜਨਰਲ ਨੋਟੇਸ਼ਨ ਆਫ ਮੈਟ੍ਰਿਕਸ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਸਾਡਾ ਆਧਾਰ ਵਾ ਅੱਗੇ ਜੋ ਅਸੀਂ ਟਾਈਪਸ ਆਫ ਮੈਟ੍ਰਿਸਿਸ ਕਰਨੀਆਂ ਵਾ। ਸੋ ਸਪੋਜ਼ ਕਰੋ ਸਾਡੇ ਕੋਲ ਇੱਕ ਮੈਟ੍ਰਿਕਸ ਆ, ਅਸੀਂ ਉਹਨੂੰ ਨਾ ਨੋਟੇਸ਼ਨ ਪਾਉਂਦੇ ਆ ਕਿ ਸਪੋਜ਼ ਕਰੋ ਕਿ ਜਿਹੜਾ A ਆ ਉਹ ਆਰਡਰ ਆਫ ਦਾ ਮੈਟ੍ਰਿਕਸ A ਕਿੰਨਾ ਵਾ, ਆਰਡਰ ਆਫ ਮੈਟ੍ਰਿਕਸ A ਅਸੀਂ ਜਨਰਲ ਲੈ ਲੈਂਦੇ ਆ ਇਜ਼ ਅਸੀਂ ਮੰਨ ਲੈਂਦੇ m cross n। ਇਹਦਾ ਮਤਲਬ m ਕੀ ਆ, m ਇਹਦੇ ਰੋਜ਼ ਆ ਤੇ n ਕੀ ਆ, ਦੈਟ ਇਜ਼ ਕਾਲਮਸ। ਠੀਕ ਹੈ, ਸੋ ਹੁਣ A ਨੂੰ ਅਸੀਂ ਮੈਥਮੈਟੀਕਲ ਸੈਂਸ ਦੇ ਵਿੱਚ ਮੈਥਮੈਟੀਕਲ ਨੋਟੇਸ਼ਨਸ ਦੇ ਵਿੱਚ ਅਸੀਂ ਲਿਖਦੇ ਹਾਂ ਕਿ A ਲਿਖਦੇ ਹਾਂ ਇੱਥੇ, ਤੇ ਇਹਦੇ ਥੋੜਾ ਜਿਹਾ ਨੀਚੇ ਲਿਖਦੇ ਹਾਂ I ਤੇ J। ਠੀਕ ਹੈ, ਜਿੱਥੇ I ਜਿਹੜਾ ਵਾ ਉਹ ਕਿਹਨੂੰ ਡਿਨੋਟ ਕਰਦਾ ਵਾ, I ਜਿਹੜਾ ਵਾ ਰੋਜ਼ ਨੂੰ ਡਿਨੋਟ ਕਰਦਾ ਵਾ ਤੇ J ਜਿਹੜਾ ਵਾ ਉਹ ਕਾਲਮ ਨੂੰ ਡਿਨੋਟ ਕਰਦਾ। ਠੀਕ ਹੈ, ਇਹ ਧਿਆਨ ਰੱਖਣਾ। ਤੇ ਇਹਨੂੰ ਅਸੀਂ ਸਕੁਏਅਰ ਬ੍ਰੈਕਟ 'ਚ ਪਾ ਦਿੰਦੇ ਹਾਂ ਕਿਉਂਕਿ ਕਈ ਵਾਰੀ ਮੈਟ੍ਰਿਸਿਸ ਬਹੁਤ ਵੱਡੀ ਹੁੰਦੀ ਹੈ, ਅਸੀਂ ਉਹਨੂੰ ਨੋਟੇਸ਼ਨ ਪਾਉਂਦੇ ਹਾਂ A is equal to AIJ। ਜੇ B ਹੁੰਦੀ ਤਾਂ ਅਸੀਂ ਲਿਖਣਾ ਸੀ B small ਪਾ ਕੇ IJ। ਹੁਣ ਇਹਦੇ ਵਿੱਚ ਦੇਖੋ ਇਹ m cross n ਦੀ ਹੈ, ਅਸੀਂ ਕਿਸੇ ਵੀ ਮੈਟ੍ਰਿਸਿਸ ਦੇ ਨਾਲ ਹੀ ਉਹਦਾ ਆਰਡਰ ਲਿਖਦੇ ਹਾਂ। ਇੱਥੇ ਜੇ ਮੰਨ ਲਓ 2 cross 3 ਦੀ ਆ ਤਾਂ 2 cross 3, ਜਿਵੇਂ 2 ਰੋਜ਼ ਆ ਤਾਂ ਇੱਥੇ ਆ ਜਾਏਗਾ 2 3 4 5 6 7। ਸੋ ਸਿੰਪਲ, ਮਤਲਬ 2 ਰੋਜ਼ ਆ 3 ਕਾਲਮ। ਠੀਕ ਹੈ, 2 cross 3। ਸੋ ਸੇਮ ਮੈਂ ਇੱਥੇ ਪਾਇਆ। ਹੁਣ ਇਹਨੂੰ ਅਸੀਂ ਐਕਸਪੈਂਡ ਕਿੱਦਾਂ ਕਰਦੇ ਹਾਂ, ਜਨਰਲ ਦਾ ਮਤਲਬ ਹੁੰਦਾ ਅਸੀਂ ਕਿਸੇ ਚੀਜ਼ ਦੀ ਜਨਰਲਾਈਜੇਸ਼ਨ ਕਰਨੀ, ਐਕਸਪੈਂਡ ਕਰਨਾ। ਸੋ ਇਹਨੂੰ ਮੈਂ ਕਿੱਦਾਂ ਲਿਖੂੰਗਾ, ਦੇਖੋ ਜਿਹੜਾ I ਹੈ ਨਾ, I ਕੀ ਆ ਸਾਡਾ ਰੋਜ਼, ਇਹਦਾ ਮਤਲਬ I ਜਿਹੜਾ ਵਾ ਉਹ ਵੇਰੀ ਕਰੇਗਾ।
आई कित्थों लैके कित्थे तक जाएगा, 1 ਤੋਂ ਲੈ ਕੇ m तक जाएगा। ਤੇ ਜਿਹੜਾ j ਆ ਉਹ ਸਾਡਾ ਕਿੱਥੋਂ ਲੈ ਕੇ ਕਿੱਥੇ ਤੱਕ ਜਾਏਗਾ, n ਤੱਕ ਜਾਏਗਾ, ਕਿਉਂਕਿ n ਕਾਲਮ ਆ। ਸੋ 1 ਤੋਂ ਲੈ ਕੇ ਇਹ ਕਿੱਥੇ ਤੱਕ ਜਾਏਗਾ, n ਤੱਕ ਜਾਏਗਾ। ਹੁਣ ਦੇਖੋ ਇਹਨੂੰ ਲਿਖਣ ਦਾ ਤਰੀਕਾ ਦੇਖੋ, ਮੈਂ ਰੋ ਪਹਿਲੀ ਸ਼ੁਰੂ ਕਰ ਲਈ, ਇਹ ਰੋ ਪਹਿਲੀ ਆ, i ਪਹਿਲਾਂ 1 ਆਉਣਾ ਵਾ, ਕਿਉਂਕਿ m ਰੋਜ਼ ਆ, m 5 ਵੀ ਹੋ ਸਕਦਾ, 1 2 3 4 5 ਤੱਕ ਜਾਊਗਾ, ਬਟ m ਕੁਛ ਵੀ ਆ। ਸੋ ਮੈਂ ਲਿਖੂੰਗਾ a11, ਫਿਰ ਇੱਥੇ ਦੂਜਾ ਆ ਜਾਊਗਾ a12। ਦੇਖੋ ਪਹਿਲੀ ਰੋ ਹੀ ਆ ਹਜੇ, ਕਾਲਮ ਇੱਥੇ ਪਹਿਲਾ ਬਣਨਾ ਸੀ, ਫਿਰ ਦੂਜਾ ਕਾਲਮ, ਫਿਰ ਇਹ a1 ਤੀਜਾ ਕਾਲਮ, ਫਿਰ a1 ਚੌਥਾ ਕਾਲਮ, ਇਦਾਂ ਹੀ ਇਹ ਚੱਲੀ ਜਾਣਾ ਵਾ। ਤੇ ਸਾਡੇ ਕੋਲ ਆ ਜਾਣਾ a1 ਰੋ ਪਹਿਲੀ ਆ, ਕਿਉਂਕਿ ਪਹਿਲਾ ਐਲੀਮੈਂਟ 1 ਹੀ ਰਹਿ ਰਿਹਾ ਵਾ। ਤੇ ਇੱਥੇ ਤੱਕ ਸਾਡੇ ਕੋਲ ਕਾਲਮ ਕਿੰਨੇ ਆ, ਸਾਡੇ ਕੋਲ n ਕਾਲਮ ਆ, ਇੱਥੇ ਐਂਡ ਤੇ n ਆ ਜਾਏਗਾ। ਫਿਰ ਅੱਗੇ ਦੇਖ ਲੈਂਦੇ ਆ, ਜਦੋਂ ਸੈਕੰਡ ਲਿਖਾਂਗੇ ਇੱਥੇ ਆ ਜਾਏਗਾ a ਦੂਜੀ ਰੋ, ਕਿਉਂਕਿ ਇਹ ਫਸਟ ਰੋ ਕੰਪਲੀਟ ਹੋ ਗਈ, ਦੂਜੀ ਰੋ ਪਹਿਲਾ ਕਾਲਮ, ਦੂਜੀ ਰੋ ਦੂਜਾ ਕਾਲਮ, ਦੂਜੀ ਰੋ ਤੀਜਾ ਕਾਲਮ, ਦੂਜੀ ਰੋ ਚੌਥਾ ਕਾਲਮ, ਐਂਡ ਦੂਜੀ ਰੋ ਲਾਸਟ n ਕਾਲਮ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕਾਲਮ ਆਉਣੇ। ਹੁਣ ਸਾਨੂੰ n ਬਾਰੇ ਪਤਾ ਨਹੀਂ, ਸੋ ਇਸ ਕਰਕੇ ਅਸੀਂ ਇਦਾਂ ਹੀ ਲਈ ਜਾ ਰਹੇ ਹਾਂ। ਸੋ ਦੈਨ ਇਹ ਤੀਜੀ ਰੋ ਪਹਿਲਾ ਕਾਲਮ, ਤੀਜੀ ਰੋ ਦੂਜਾ ਕਾਲਮ, ਤੀਜੀ ਰੋ ਤੀਜਾ ਕਾਲਮ, ਤੀਜੀ ਰੋ ਚੌਥਾ ਕਾਲਮ, ਤੇ ਸੇਮ ਇਦਾਂ ਹੀ ਕਰਦੇ ਕਰਦੇ ਤੀਜੀ ਰੋ nth ਕਾਲਮ ਆ ਜਾਏਗਾ। ਸੇਮ ਇਦਾਂ ਹੀ ਹੁਣ ਦੇਖੋ ਇਹ 1 2 3 ਪਹਿਲੀ ਰੋ ਚ, ਪਹਿਲੀ ਰੋ ਦੂਜੀ ਰੋ ਤੀਜੀ ਰੋ, ਇੱਥੇ ਚੌਥੀ ਰੋ ਪਹਿਲਾ ਕਾਲਮ, ਚੌਥੀ ਰੋ ਦੂਜਾ ਕਾਲਮ, ਚੌਥੀ ਰੋ ਤੀਜਾ ਕਾਲਮ, ਚੌਥੀ ਰੋ ਚੌਥਾ ਕਾਲਮ, ਇਦਾਂ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਇਦਾਂ ਕਰਦੇ ਕਰਦੇ ਅਸੀਂ n ਤੱਕ ਪਹੁੰਚ ਜਾਵਾਂਗੇ। ਹੁਣ ਮੈਂ ਇੱਥੇ ਸਾਰੇ ਮੈਂ ਡਾਟ ਪਾ ਦਿੰਦਾ, ਕਿਉਂਕਿ ਮੈਂ ਥੱਲੇ ਵੀ ਮੈਨੂੰ m ਬਾਰੇ ਪਤਾ ਨਹੀਂ ਹੈਗਾ ਵੀ ਮੈਂ ਕਿੱਥੇ ਤੱਕ ਜਾਊਂਗਾ। ਮੈਂ ਮੰਨ ਲਓ ਇੱਥੇ 4 5 6 7ਵੀਂ 8ਵੀਂ ਕਿੰਨੀ ਰੋ ਆ ਮੇਰੀਆਂ, m ਰੋ ਆ, ਮੈਂ m ਰੋ ਤੇ ਆ ਗਿਆ। ਪਹਿਲਾ ਕਾਲਮ m ਰੋ, ਦੂਜਾ ਕਾਲਮ m ਰੋ, ਤੀਜੀ ਕਾਲਮ m ਰੋ, ਚੌਥਾ ਕਾਲਮ, ਤੇ ਚਲਦੇ ਚਲਦੇ ਇਹ m ਰੋ nth ਕਾਲਮ ਤੱਕ ਮੈਂ ਪਹੁੰਚ ਜਾਣਾ ਵਾ। ਸੋ ਇਹ ਮੇਰੀ ਇਸ ਤਰੀਕੇ ਨਾਲ ਮੈਟ੍ਰਿਸਿਸ ਜਿਹੜੀ ਆ ਉਹ ਕੰਪਲੀਟ ਹੋ ਜਾਏਗੀ। ਤੁਹਾਨੂੰ ਥੋੜਾ ਜਿਹਾ ਇੱਥੋਂ ਲੱਗੇਗਾ ਕਿ ਅਸੀਂ mn ਚ ਕਿੱਦਾਂ ਚੱਲਦੀ। ਮੈਂ ਸਿੰਪਲੀ ਇੱਕ ਐਗਜ਼ਾਮਪਲ ਲੈਣਾ ਇੱਥੇ, ਕਿ ਸਪੋਜ਼ ਕਰੋ ਸਾਡੇ ਕੋਲ a ਜਿਹੜੀ ਆ ਉਹ aij ਆ, ਤੇ ਮੈਂ ਇੱਥੇ ਲੈ ਲੈਣਾ ਵਾ 2 cross 3। ਇਹਦਾ ਮਤਲਬ ਸਾਡੇ ਕੋਲ ਇੱਥੇ i ਜਿਹੜੀ ਆ, ਕਿਉਂਕਿ i ਜਿਹੜੀ ਹੁੰਦੀ ਆ ਇਹ ਸਾਡੀ ਰੋ ਹੁੰਦੀ ਆ, ਤੇ ਰੋ ਮੇਰੇ ਕੋਲ ਕਿੰਨੀਆਂ ਵਾ, m ਵੀ ਮੇਰੇ ਕੋਲ ਰੋ ਹੁੰਦੀ ਆ। ਇਹਦਾ ਮਤਲਬ i ਜਿਹੜੀ ਆ ਉਹ 1 ਤੋਂ ਕਿੱਥੇ ਤੱਕ ਜਾਣੀ ਹੈ, 2 ਤੱਕ ਜਾਣੀ ਹੈ, ਤੇ j ਕਿੱਥੇ ਤੱਕ ਜਾਊਗੀ, 1 ਤੋਂ ਲੈ ਕੇ, ਸੇਮ ਆ j ਕਾਲਮ ਹੁੰਦਾ 3, 1 ਤੋਂ ਲੈ ਕੇ 3 ਤੱਕ ਜਾਊਗੀ। ਹੁਣ ਦੇਖੋ ਧਿਆਨ ਨਾਲ, ਇੱਥੋਂ ਤੁਹਾਨੂੰ ਕਲੀਅਰ ਹੋਏਗਾ i ਕਿੱਥੇ ਤੱਕ ਜਾਣੀ ਆ, 1 ਪਹਿਲਾ ਕਾਲਮ, ਦੂਜਾ ਕਾਲਮ, ਤੀਜਾ ਕਾਲਮ, ਕਿਉਂਕਿ ਸਾਡੇ ਕੋਲ ਕਾਲਮ ਕਿੰਨੇ ਆ, 3 ਹੀ ਆ। ਸੋ a11 a12 a ਪਹਿਲਾ ਕਾਲਮ ਦੂਜਾ ਤੀਜਾ, ਰੋ ਕਿੰਨੀਆਂ ਜਾਣੀਆਂ, ਸਿਰਫ 2 ਤੱਕ। ਸੋ ਦੂਜੀ ਰੋ ਪਹਿਲਾ ਕਾਲਮ, ਦੂਜੀ ਰੋ ਦੂਜਾ ਕਾਲਮ, ਦੂਜੀ ਰੋ ਤੀਜਾ ਕਾਲਮ। ਸੋ ਇਹ ਸਾਡਾ ਕਲੀਅਰਲੀ ਇੱਥੋਂ ਬਸ ਇੰਨਾ ਹੀ ਬਣਨਾ, ਕਿਉਂਕਿ ਇਹ 2 cross 3 ਕਿੰਨੇ ਐਲੀਮੈਂਟ ਹੋਣੇ ਆ, 3 ਦੂਣੀ 6, 1 2 3 4 5 6। ਸੋ ਇਹ ਖਤਮ ਹੋ ਜਾਇਆ ਕਰਨਾ ਵਾ। ਇਹ ਸਿਰਫ ਜਨਰਲਾਈਜੇਸ਼ਨ ਸੀਗਾ, m ਤੇ n ਕੁਝ ਵੀ ਹੋ ਸਕਦੀ ਆ। ਜੇ 5 ਹੁੰਦਾ ਫਿਰ ਅਸੀਂ 5ਵੀਂ ਰੋ ਤੱਕ ਜਾਣਾ ਸੀ, ਜੇ 4 ਹੁੰਦਾ ਤਾਂ ਫਿਰ ਅਸੀਂ ਇੱਥੇ ਹੀ ਖਤਮ ਕਰ ਦੇਣੀ ਸੀ। ਠੀਕ ਹੈ, ਜੇ 4 m 4 ਹੁੰਦਾ ਅਸੀਂ ਇੱਥੇ ਹੀ ਖਤਮ ਕਰ ਦੇਣਾ ਸੀ, ਤੇ n ਵੀ 4 ਹੁੰਦਾ ਤੇ ਮੈਂ ਇੱਥੇ ਖਤਮ ਕਰ ਦੇਣਾ। ਸਾਡਾ ਐਡੀ ਜਿਹੜੀ ਮੈਟ੍ਰਿਕਸ ਸਾਡੀ ਤਿਆਰ ਹੋ ਜਾਣੀ ਸੀ। ਸੋ ਇਹ ਸਾਨੂੰ ਜਨਰਲ ਨੋਟੇਸ਼ਨ ਵੀ ਜਿਹੜੀ ਆ ਉਹ ਸਮਝਣੀ ਬਹੁਤ ਜ਼ਰੂਰੀ ਹੈ। ਠੀਕ ਹੈ, ਜੇ ਇਹੀ ਮੈਂ b ਮੰਨ ਲੈਂਦਾ, ਮੰਨ ਲਓ b ਮੰਨ ਲੈਣਾ ਮੈਂ ਇੱਥੇ, bij ਮੰਨ ਲੈਣਾ ਸੀਗਾ ਮੈਂ, ਇਹ ਮੇਰੇ ਤੋਂ ਮੰਨ ਲਓ 4 cross 3 ਦੀ ਮੈਟ੍ਰਿਕਸ ਆ। ਇਹਦਾ ਮਤਲਬ ਮੇਰੇ ਕੋਲ i ਕਿੰਨੇ ਆ, i ਮੇਰੇ ਕੋਲ 1 ਤੋਂ 4 ਤੱਕ ਜਾਏਗਾ, j ਮੇਰੇ ਕੋਲ 1 ਤੋਂ 3 ਤੱਕ ਜਾਏਗਾ। ਸੋ ਮੇਰੇ ਕੋਲ ਆ ਜਾਏਗਾ b11 b12 b13, ਕਿਉਂਕਿ ਕਾਲਮ ਮੇਰੇ ਕੋਲ 3 ਹੀ ਆ। ਕਾਲਮ ਕਿੰਨੇ ਆ ਮੇਰੇ ਕੋਲ, 3, ਤੇ ਰੋਜ਼ ਕਿੰਨੀਆਂ ਮੇਰੇ ਕੋਲ, that are 4। ਸੋ b11 b12 b13, then b21 b22 b23, then b31 b32 b33, then b41 b42 b43। so this is our 4 cross 3 matrices। so these are the elements। so ਇੱਥੇ ਸਾਨੂੰ ਇੱਕ ਨੰਬਰ ਦਾ ਸਮ ਟਾਈਮ ਆ ਜਾਂਦਾ ਕਿ ਸਾਨੂੰ ਕੋਈ ਮੈਟ੍ਰਿਸਿਸ ਦਿੱਤੀ ਹੁੰਦੀ, ਸਪੋਜ਼ ਕਰੋ ਇੱਕ ਮੈਟ੍ਰਿਕਸ ਦਿੱਤੀ 2 4 6 7 8 9, ਉਹਨਾਂ ਨੇ ਸਾਨੂੰ ਕਹਿਣਾ ਕਿ ਇਹਦਾ A2 ਐਲੀਮੈਂਟ ਕੱਢੋ। ਦੇਖੋ A22 ਦਾ ਮਤਲਬ ਪਹਿਲਾ ਐਲੀਮੈਂਟ ਮਤਲਬ ਰੋ, ਇਹ ਰੋ ਹੈ। ਸੋ ਪਹਿਲੀ ਰੋ ਦੂਜੀ ਰੋ, ਇਹਦਾ ਮਤਲਬ ਇਸ ਰੋ 'ਚ ਗੱਲ ਕਰਦਾ ਪਿਆ
ਕਿੰਨਵਾਂ ਕਾਲਮ, ਪਹਿਲਾ ਕਾਲਮ ਦੂਜਾ ਕਾਲਮ, ਦੂਜੀ ਰੋ 'ਚ ਦੂਜਾ ਕਾਲਮ ਮਤਲਬ ਆ ਐਲੀਮੈਂਟ, ਇਹਦਾ ਮਤਲਬ A22 ਕਿੰਨਾ ਆ ਜਾਏਗਾ ਸਾਡੇ ਕੋਲ 7 ਆ ਜਾਏਗਾ। ਸੋ ਇਸ ਤਰੀਕੇ ਨਾਲ ਸਾਨੂੰ ਸਮਸ ਜਿਹੜੇ ਉਹ ਆਉਣਗੇ। ਸੋ ਇਹ ਸਾਨੂੰ ਸਮਝਣਾ ਜ਼ਰੂਰੀ ਸੀ ਕਿ ਦਿਸ ਇਜ਼ ਦਾ ਜਨਰਲ ਨੋਟੇਸ਼ਨ ਆਫ ਦਾ ਮੈਟ੍ਰਿਸਿਸ। ਅਸੀਂ ਇਸ ਤਰੀਕੇ ਨਾਲ ਇਹਨੂੰ ਰਿਪਰੈਜ਼ੈਂਟ ਜਿਹੜਾ ਵਾ ਕਰਦੇ ਹਾਂ। ਹੁਣ ਅਸੀਂ ਅੱਗੇ ਫਰਦਰ ਕਰਦੇ ਹਾਂ ਆਪਣੀਆਂ ਟਾਈਪਸ ਆਫ ਦਾ ਮੈਟ੍ਰਿਸਿਸ। ਸਾਡੇ ਕੋਲ ਕਾਫੀ ਤਰ੍ਹਾਂ ਦੀਆਂ ਮੈਟ੍ਰਿਸਿਸ ਆ, ਉਹਨਾਂ ਨੂੰ ਸਾਨੂੰ ਡਿਟੇਲ ਸਮਝਣਾ ਪੈਣਾ ਵਾ ਕਿਉਂਕਿ ਸਾਨੂੰ ਉਹਦੇ ਨਾਲ ਰਿਕਮੈਂਡਡ ਅੱਗੇ ਸਮ ਵੀ ਆਉਣੇ ਆ। ਸੋ ਕਰਦੇ ਹਾਂ ਅਸੀਂ। ਸੋ ਟਾਈਪਸ ਆਫ ਮੈਟ੍ਰਿਸਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੀ ਹੈ ਰੋ ਮੈਟ੍ਰਿਕਸ। ਠੀਕ ਹੈ, ਰੋ ਮੈਟ੍ਰਿਕਸ ਨੂੰ ਅਸੀਂ ਕਰ ਸਕਦੇ ਹਾਂ ਕਿ if a matrix has only one row is called row matrix। मतलब जेदी कल्ली वन रो होवे, एग्जांपल्स तो समझ आ जाऊगा तुहानू। फॉर एग्जांपल साडे को सिर्फ इको ही रो है, मतलब 2 3 4 एक रो है। रो कितनी है हॉरिजॉन्टल असीं कहने एक रो, कॉलम कितने हैं 1 2 3, 1 क्रॉस 3 ऑर्डर वाइज दा पर रो एक ही है। होर एग्जांपल ले सकते हैं असीं 2 3 ले सकते कल्ली, रो एक ही है कॉलम 2 है। होर ले सकते हैं 4 5 6 9 11, रो साडे को कितनी है एक ही है पर कॉलम 1 2 3 4 5, टाइप कितनी है 1 क्रॉस 5। सो दीज आर द रो मैट्रिक्स। ठीक है, सो रो मैट्रिक्स मतलब जेदी सिर्फ ते सिर्फ एक रो। नैक्सट साडे को आउंदी है कॉलम मैट्रिक्स। हुण कॉलम मैट्रिक्स दे विच साडे को की है, इफ अगेन इसी तरीके नाल रो मैट्रिक्स, इफ अ मैट्रिक्स हैज ओनली वन कॉलम is called column matrix। ठीक है, एग्जांपल्स ਅਸੀਂ देख सकते हैं ਇਹਦੀਆਂ वेरी इजी। फॉर एग्जांपल ਅਸੀਂ लिख सकते हैं ਇੱਥੇ एक कॉलम, ओनली एक कॉलम मतलब 2 3 4 5, मतलब एक कॉलम जस्ट। रोज जिन्नियां मर्जी होण, पहली रो दूजी रो तीजी रो चौथी रो, सो रोज 4 वा पर कॉलम कितना वा एक ही है। अनदर एग्जांपल लिख सकते हैं 2 3 या 2 13 कह लो। सो एक रो दूजी रो, दो रो कॉलम एक ही है साडे को 1। सो दीज इदा तुसी इनफाइनाइट मैनी लिख सकते हैं। सो दीज आर द कॉलम मैट्रिक्स। ईजी है बहुत ज़्यादा। ठीक है, नैक्सट असी करते हैं, साडे को नैक्सट आउंदी है स्केयर मैट्रिक्स। स्केयर मैट्रिक्स ये भी ध्यान नाल देखो, रैक्टेंगुलर अरेंजमेंट असी मैट्रिक्स नूं कहंदे आ। हुण रैक्टेंगल स्केयर दे बराबर आ। हुण ये देखो की कहंदे, इफ the matrix has same number of rows and columns, मतलब columns मतलब कह सकते हैं असी कि if m बराबर n then m cross n matrix is called स्केयर मैट्रिक्स। ठीक है, इफ ए मैट्रिक्स हैज सेम नंबर ऑफ कॉलम्स देन इत्थे भी लिख सकते हैं देन इट इज कॉल्ड स्केयर मैट्रिक्स। ठीक है, आ सैकेंड डेफिनेशन है, तुसी और इदा भी लिख सकते इफ m बराबर n, क्योंकि असी m क्रॉस n लैके चलते हैं, जो m n के बराबर हो गई तो वो स्केयर बन जानी। सिंपली तुसी कह सकते हैं इत्थे फॉर एग्जांपल असी लिख सकते हैं इत्थे कि 2 3 4 5, तो दिस इज 2 क्रॉस 2 मैट्रिक्स, m ते n बराबर हो गए। और क्या लिख सकते 2 3 4 5 6 7 8 9 1, सो दिस इज 3 क्रॉस 3, m इक्वल टू n। रोज किन्ने आ 3, कॉलम्स किन्ने आ 3, रोज इक्वल टू कॉलम। ठीक है, सो हुणे ध्यान रखना ये एक नोटेशन आउंदी है कि असी की लिखते हैं ऑर्डर दी नोटेशन आउंदी है, नोटेशन ऑफ ऑर्डर। असी कहने की है मतलब कह सकते हैं कि इफ ए इज ऑफ ऑर्डर 3 क्रॉस 3 है, ठीक है, या कुछ भी m क्रॉस n, तो असी लिखते इनू की है कि ए इज ऑफ ऑर्डर 3 ओनली। मतलब असी इदा लिखते हैं, असी 3 क्रॉस 3 दोबारा नहीं लिखते। जे सानू किते लिखता कि ए इज ऑफ ऑर्डर 3 तो ये ऑबवियस आ
दिस इज ऑफ ऑर्डर 3 क्रॉस 3 क्योंकि बिकॉज ए की है साडे को एक स्केयर मैट्रिक्स आ साडे स्केयर मैट्रिक्स क्लीयर है ਜਦੋਂ ਰੋਜ਼ ਤੇ ਕਾਲਮ ਬਰਾਬਰ ਹੋਣ ਸਾਡੇ ਕੋ ਉਹ ਸਕੇਅਰ ਮੈਟ੍ਰਿਕਸ ਹੁੰਦੀ ਹੈ ਠੀਕ ਹੈ ਇਹ ਧਿਆਨ ਰੱਖਣਾ ਸਾਡੇ ਕੋ ਨੈਕਸਟ ਅਸੀਂ ਮੈਟ੍ਰਿਸਿਸ ਜੋ ਕਰਾਂਗੇ ਉਹ ਹੈ ਸਾਡੇ ਕੋ ਰੈਕਟੈਂਗੂਲਰ ਮੈਟ੍ਰਿਕਸ ਸੋ ਨੈਕਸਟ ਸਾਡੇ ਕੋ ਹੈ ਰੈਕਟੈਂਗੂਲਰ ਮੈਟ੍ਰਿਕਸ ਕੀ ਆ ਅ ਮੈਟ੍ਰਿਕਸ which is not square is called rectangular matrix, or we can say that ke if rows and columns are not equal then matrix is called rectangular matrix. Clear? So for example ਅਸੀਂ ਲੈ ਸਕਦੇ ਹਾਂ ਇਹਦੇ ਵਿੱਚ ਕਿ ਸਾਡੇ ਕੋਲ ਆ ਜਾਏਗਾ 2 3 4 5 6 7 ਸੋ ਇਹ ਸਾਡੇ ਕੋਲ ਕਿੰਨੀਆਂ ਰੋਜ਼ ਆ ਇੱਕ ਰੋ ਤੇ ਦੋ ਰੋ मतलब 2 rows and 2 3 columns so 2 ਤੇ 3 ਬਰਾਬਰ ਨਹੀਂ ਹੈਗੇ this is a rectangular matrix ਠੀਕ ਹੈ ਰੋਜ਼ ਤੇ ਕਾਲਮ ਬਰਾਬਰ ਨਹੀਂ ਰੱਖਣੇ ਅਸੀਂ ਮਤਲਬ 2 3 4 5 ਆ ਵੀ ਕੱਲੀ ਰਹਿ ਸਕਦੇ ਹਾਂ ਕਿਉਂਕਿ ਬਿਕੋਜ਼ 1 row and 1 2 3 4 columns so these ਅਸੀਂ ਇਦਾਂ ਦੀਆਂ ਇਨਫਾਈਨਾਈਟ ਬਣਾ ਸਕਦੇ ਹਾਂ ਸੋ ਨੈਕਸਟ ਸਾਡੇ ਕੋਲ ਆਉਂਦਾ ਹੈ ਜ਼ੀਰੋ ਮੈਟ੍ਰਿਕਸ ਇਹ ਧਿਆਨ ਰੱਖਣਾ zero matrix if each element देखो एलिमेंट मैं ਤੁਹਾਨੂੰ ਸਮਝਾ ਚੁੱਕਾ ਕਿ ਐਲੀਮੈਂਟ ਹੁੰਦੇ ਜਿਹੜੇ ਵਿਚਲੇ ਡਿਜਿਟ ਹੁੰਦੇ each entry ਕਹਿ ਸਕਦੇ ਹਾਂ ਅਸੀਂ each element or entry of a matrix is zero is called zero matrix ठीक है so ਫੋਰ ਐਗਜ਼ਾਮਪਲ ਕਿਸੇ ਵੀ ਆਰਡਰ ਦੀ ਮੈਟ੍ਰਿਕਸ ਹੋਵੇ ਉਹਦੇ ਵਿੱਚ ਸਾਰੇ ਐਲੀਮੈਂਟ ਜ਼ੀਰੋ ਹੋਣ ਤਾਂ ਅਸੀਂ ਇਹਨੂੰ ਕੀ ਕਹਿੰਦੇ ਆ ਜ਼ੀਰੋ ਮੈਟ੍ਰਿਕਸ ਠੀਕ ਹੈ ਮਤਲਬ ਭਾਵੇਂ ਸਕੇਅਰ ਹੋਵੇ ਇਹ ਵੀ ਸਾਡੀ ਜ਼ੀਰੋ ਸਾਰੇ ਐਲੀਮੈਂਟ ਕੀ ਹੋਣੇ ਚਾਹੀਦੇ ਆ ਜ਼ੀਰੋ ਮੈਟ੍ਰਿਕਸ ਠੀਕ ਹੈ ਕੋਈ ਹੋਰ ਵੀ ਵੱਡੀ ਕਰ ਸਕਦੇ ਅਸੀਂ 0 0 0 0 0 0 ਸੋ ਦਿਸ ਇਜ਼ ਆਲਸੋ ਜ਼ੀਰੋ ਮੈਟ੍ਰਿਕਸ ਠੀਕ ਹੈ और बता सकते हैं तुसीं ਇਹਨੂੰ ਸਪੋਜ਼ ਕਰੋ ਮੈਂ ਇੱਥੇ ਇਹਦੇ ਵਿੱਚ ਹੀ ਐਡ ਕਰ ਦਿੰਨਾ ਸੋ ਇਹ ਵੀ ਜ਼ੀਰੋ ਮੈਟ੍ਰਿਕਸ ਆ ਸਾਡੇ ਕੋਲ ਠੀਕ ਹੈ ਬਟ ਹੁਣ ਇਹਦੇ ਵਿੱਚ ਇੱਕ ਨੋਟੇਸ਼ਨ ਆ ਕਿ ਜ਼ੀਰੋ ਮੈਟ੍ਰਿਕਸ ਆਫ ਐਨੀ ਆਰਡਰ ਇਜ਼ ਡਿਨੋਟਡ ਬਾਈ ਕੈਪੀਟਲ ਲੈਟਰ O ਮਤਲਬ ਅਸੀਂ ਇਹਨਾਂ ਸਾਰੀ ਮੈਟ੍ਰਿਸਿਸ ਨੂੰ O ਨਾਲ ਡਿਨੋਟ ਕਰਦੇ ਹਾਂ ਕੈਪੀਟਲ O ਨਾਲ ਠੀਕ ਹੈ ਜਿੱਥੇ ਵੀ ਕੈਪੀਟਲ O ਲਿਖਿਆ ਹੋਵੇ ਅਸੀਂ ਇਹਨੂੰ ਕਹਿ ਦਿੰਦੇ ਕਿ ਉਹਦੇ ਵਿੱਚ ਅਕੋਰਡਿੰਗਲੀ ਸਾਰੇ ਐਲੀਮੈਂਟ ਜਿਹੜੇ ਉਹ ਜ਼ੀਰੋ ਹੋ ਜਾਣੇ ਇਹ ਥੋੜਾ ਜਿਹਾ ਤੁਹਾਨੂੰ ਨੋਟ ਕਰਨ ਵਾਲੀ ਗੱਲ ਆ ਉਸ ਤੋਂ ਨੈਕਸਟ ਸਾਨੂੰ ਸਮਝਣਾ ਪੈਣਾ ਵਾ ਇੱਕ ਮੈਟ੍ਰਿਕਸ ਆਉਂਦੀ ਹੈ ਡਾਇਗਨਲ ਮੈਟ੍ਰਿਕਸ ਠੀਕ ਹੈ ਡਾਇਗਨਲ ਮੈਟ੍ਰਿਕਸ ਤੋਂ ਪਹਿਲਾਂ ਸਾਨੂੰ ਸਮਝਣਾ ਪੈਣਾ ਕਿ ਡਾਇਗਨਲ ਐਲੀਮੈਂਟਸ ਕਿਹੜੇ ਹੁੰਦੇ ਆ ਸੋ ਅਸੀਂ ਦੇਖਦੇ ਹਾਂ ਸੋ ਸਾਨੂੰ ਡਾਇਗਨਲ ਐਲੀਮੈਂਟਸ ਸਮਝਣਾ ਪੈਣਾ ਕਿਹੜੇ ਹੁੰਦੇ ਆ ਦੇਖੋ ਅਸੀਂ ਛੋਟੀ ਕਲਾਸਾਂ ਦੇ ਵਿੱਚ ਸਾਨੂੰ ਇਹ ਪਹਿਲਾਂ ਹੀ ਨੌਲੇਜ ਹੈਗੀ ਆ ਕਿ ਕਿਸੇ ਵੀ ਰੈਕਟੈਂਗਲ ਦਾ ਜਾਂ ਕਿਸੇ ਵੀ ਕੁਆਡਰੀਲੇਟਰਲ ਦੇ ਦੋ ਡਾਇਗਨਲ ਹੁੰਦੇ ਆ ਠੀਕ ਹੈ ਬਟ ਡਾਇਗਨਲ ਐਲੀਮੈਂਟਸ ਗੱਲ ਹੋਰ ਆ ਇਹ ਦੋ ਡਾਇਗਨਲ ਹੁੰਦੇ ਆ ਬਟ ਅਸੀਂ ਡਾਇਗਨਲ ਐਲੀਮੈਂਟਸ ਕਿਹਨੂੰ ਕਹਿੰਦੇ ਆ ਜਾਂ ਕਿਹੜਾ ਡਾਇਗਨਲ ਕੰਸੀਡਰ ਕਰਦੇ ਆ ਕਿਸੇ ਵੀ ਮੈਟ੍ਰਿਸਿਸ ਦਾ ਮੰਨ ਲਓ ਸਪੋਜ਼ ਕਰੋ ਸਿੰਪਲ ਮੈਂ ਇਲੈਬੋਰੇਸ਼ਨ ਹੀ ਦਊਂਗਾ ਤੁਹਾਨੂੰ ਕਿ ਕੀ ਚੀਜ਼ ਆ ਸਾਡੇ ਕੋਲ ਜੇ ਅਸੀਂ ਡੈਫੀਨੇਸ਼ਨ ਵੀ ਕਰਨੀ ਹੋਵੇ ਕਰ ਸਕਦੇ ਹਾਂ ਕਿ ਇਫ ਵੀ ਹੈਵ ਮੈਟ੍ਰਿਕਸ A is equal to Aij ठीक है so Aij आ diagonal elements are those elements
ਵੈਨ ਆਈ ਇਕੁਅਲ ਟੂ ਜੇ, ਆਈ ਇਕੁਅਲ ਟੂ ਜੇ। ਸਪੋਜ਼ ਕਰੋ ਕਿ ਮੈਂ ਜਿੱਦਾਂ ਅਸੀਂ ਪਹਿਲਾਂ ਨੋਟੇਸ਼ਨ ਕੀਤੀ ਸੀ ਕਿ ਏ ਆਈ ਜੇ ਆ ਸਾਡੇ ਕੋਲ, ਠੀਕ ਹੈ, ਐਮ ਕ੍ਰੋਸ ਐਨ ਸੀਗਾ, ਤੇ ਅਸੀਂ ਨੋਟੇਸ਼ਨ ਕੀਤੀ ਸੀ A11 A12 A13, ਇਸ ਤਰੀਕੇ ਨਾਲ ਕਰਦੇ ਕਰਦੇ ਇੱਥੇ A1N ਸੀਗਾ, ਫਿਰ ਇੱਦਾਂ ਹੀ A21 A22 A23 ਕਰਦੇ ਕਰਦੇ A2N ਸੀਗਾ, ਦੈਨ A31 A32 A33, ਦੈਨ ਸਾਡੇ ਕੋਲ A3N ਸੀਗਾ, ਤੇ ਇਦਾਂ ਹੀ ਸਾਡੇ ਕੋਲ ਨੀਚੇ ਜਾਂਦੇ ਸੀਗੇ। ਆਖਿਰ ਤੇ ਸਾਡੇ ਕੋਲ ਆਉਂਦਾ ਸੀ AM1 AM2 AM3 ਕਰਦੇ ਕਰਦੇ AMN। ਸੋ ਅਸੀਂ ਡਾਇਗਨਲ ਐਲੀਮੈਂਟਸ ਕਿਹਨੂੰ ਲੈਂਦੇ ਹਾਂ? ਦੇਖੋ ਅਸੀਂ ਇਦਾਂ ਵੀ ਡਾਇਗਨਲ ਲੈ ਸਕਦੇ, ਬਟ ਅਸੀਂ ਡਾਇਗਨਲ ਕਿਹਨੂੰ ਲੈਂਦੇ ਆ? ਜਿਹੜੇ ਸਿਰਫ ਆਹ ਐਲੀਮੈਂਟ ਆਉਂਦੇ, ਠੀਕ ਹੈ। ਸੋ ਅਸੀਂ ਇੱਧਰ ਵਾਲਾ ਡਾਇਗਨਲ ਕੰਸੀਡਰ ਨਹੀਂ ਕਰਦੇ, ਸਿਰਫ ਆਹ ਹੀ ਕਰਦੇ। ਇਹਨੂੰ ਹੀ ਅਸੀਂ ਕੀ ਕਹਿੰਦੇ ਆ? ਦਿਸ ਡਾਇਗਨਲ ਇਜ਼ ਕਾਲਡ ਪ੍ਰਿੰਸੀਪਲ ਡਾਇਗਨਲ, ਠੀਕ ਹੈ, ਪ੍ਰਿੰਸੀਪਲ ਡਾਇਗਨਲ, ਠੀਕ ਹੈ। ਪ੍ਰਿੰਸੀਪਲ ਦੇ ਸਪੈਲਿੰਗ ਦੀ ਥੋੜੀ ਜਿਹੀ ਹੋ ਸਕਦੀ ਹੈ ਆਪਾਂ ਨੂੰ। ਸੋ ਇਹੀ ਹੁੰਦਾ ਪ੍ਰਿੰਸੀਪਲ। ਦੂਜਾ ਜਿਹੜਾ ਹੁੰਦਾ ਉਹ ਸਿਧਾਂਤ ਵਾਲਾ ਹੁੰਦਾ ਵਾ। ਸੋ ਇਹ PAL ਵਾਲਾ ਹੀ ਹੈ ਜੋ ਸਾਡਾ ਸਕੂਲ ਦੇ ਵਿੱਚ ਅਸੀਂ ਮੁਖੀ ਨੂੰ ਕਹਿੰਦੇ ਆ ਪ੍ਰਿੰਸੀਪਲ, ਠੀਕ ਹੈ। ਸੋ ਦਿਸ ਇਜ਼ ਦਾ ਪ੍ਰਿੰਸੀਪਲ ਡਾਇਗਨਲ। ਸੋ ਇਹਦੇ ਵਿਚਲੇ ਜਿਹੜੇ ਐਲੀਮੈਂਟ ਵਾ, ਸੋ ਅਸੀਂ A11 A22, ਦੇਖੋ I ਬਰਾਬਰ J ਹੋ ਗਿਆ ਨਾ, ਆ I ਆ J ਆ, I J ਦੇ ਬਰਾਬਰ, I J ਦੇ ਬਰਾਬਰ, I J ਦੇ ਬਰਾਬਰ, ਹੋਰ ਇਹਦੇ ਵਿੱਚ ਆਉਣਗੇ ਬਹੁਤ ਸਾਰੇ। I ਜਦੋਂ J ਦੇ ਬਰਾਬਰ ਵਾ ਜਿੱਥੇ ਵੀ, ਉੱਥੇ ਜਿੱਦਾਂ ਹੁਣ ਇੱਥੇ MN ਆ, ਇੱਥੇ MN ਬਰਾਬਰ ਹੋ ਸਕਦੇ ਆ, ਠੀਕ ਹੈ। ਸੋ ਜਾਂ ਤੁਸੀਂ ਕਹਿ ਸਕਦੇ ਆ ਕਿ ਇਹ ਚੱਲੀ ਜਾਊਗਾ ਅੱਗੇ ਦੀ ਅੱਗੇ, ਜਿੱਥੇ MN ਬਰਾਬਰ ਰਹਿਣਗੇ ਉੱਥੇ ਹੀ ਅਸੀਂ ਕਵਾਂਗੇ, ਮਤਲਬ ਇੱਥੇ MN ਬਰਾਬਰ ਹੋਣੇ ਚਾਹੀਦੇ ਆ, ਠੀਕ ਹੈ। ਇਹ ਥੋੜਾ ਜਿਹਾ ਇਸ ਤਰੀਕੇ ਨਾਲ A33 A44। ਜੇ ਮੈਂ ਐਗਜ਼ਾਮਪਲ ਲਵਾਂ ਤਾਂ ਸਿੰਪਲੀ ਫੋਰ ਐਗਜ਼ਾਮਪਲ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਇੱਕ ਮੈਟ੍ਰਿਕਸ ਜਾਂ ਸਪੋਜ਼ ਕਰੋ 2 3 4 5 6 7, ਠੀਕ ਹੈ, ਤੇ 8 9 1। ਸੋ ਇਹਦੇ ਵਿੱਚ ਸਾਡੇ ਕੋਲ ਆਹ ਜਿਹੜਾ ਡਾਇਗਨਲ ਆਏਗਾ ਨਾ, ਸੋ ਦਿਸ ਇਜ਼ ਦਾ ਪ੍ਰਿੰਸੀਪਲ ਡਾਇਗਨਲ। ਕੀ ਆਏਗਾ? ਪ੍ਰਿੰਸੀਪਲ ਡਾਇਗਨਲ, ਜਾਂ ਡਾਇਗਨਲ ਸਿੰਪਲ ਕਹਿ ਸਕਦੇ ਅਸੀਂ। ਤੇ ਜਿਹੜੇ ਇਹਦੇ ਐਲੀਮੈਂਟਸ ਆਉਣਗੇ, ਡਾਇਗਨਲ ਐਲੀਮੈਂਟਸ, ਉਹ ਕਿਹੜੇ ਆਉਣਗੇ? 2 6 ਐਂਡ 1 ਆਉਣਗੇ। ਇਹ ਸਾਨੂੰ ਸਮਝਣਾ ਚਾਹੀਦਾ ਕਿ ਕੀ ਹੋਏਗਾ, ਠੀਕ ਹੈ। ਸੋ ਤਿੰਨ ਨਾਮ ਅਸੀਂ ਇਹਨਾਂ ਨੂੰ ਦਿੰਨੇ ਆ। ਇੱਕ ਤਾਂ ਅਸੀਂ ਕਹਿ ਦਿੰਨੇ ਆ ਮੇਨ ਡਾਇਗਨਲ, ਇੱਕ ਅਸੀਂ ਕਹਿ ਦਿੰਨੇ ਆ ਪ੍ਰਿੰਸੀਪਲ ਡਾਇਗਨਲ, ਠੀਕ ਹੈ। ਨੋਟ ਕਰਨ ਵਾਲੀ ਗੱਲ, ਜਸਟ ਨੌਲੇਜ ਦੀ ਬੜੋਤਰੀ ਦੇ ਲਈ ਵੀ ਕੋਈ ਵੀ ਸਮ ਦੇ ਵਿੱਚ ਕੁਝ ਵੀ ਲਿਖ ਸਕਦੇ ਹੋ ਸਾਨੂੰ, ਪਰ ਆਈਡੀਆ ਸਿੰਪਲੀ ਡਾਇਗਨਲ ਵੀ ਕਹਿ ਸਕਦੇ ਹਾਂ, ਸਿੰਪਲੀ ਡਾਇਗਨਲ ਵੀ ਕਹਿ ਦੇਵੇ ਕੋਈ। ਸੋ ਮੇਰੇ ਸਾਹਮਣੇ ਡਾਇਗਨਲ ਐਲੀਮੈਂਟਸ ਦਾ ਕਨਸੈਪਟ ਤੁਹਾਨੂੰ ਇੱਥੋਂ ਕਲੀਅਰ ਹੋ ਗਿਆ ਹੋਵੇਗਾ ਕਿ ਜਿੱਥੇ I ਬਰਾਬਰ J ਆ ਉਹ ਸਾਡੇ ਡਾਇਗਨਲ ਐਲੀਮੈਂਟਸ ਆ। ਹੁਣ ਇੱਥੇ ਸਾਡੇ ਕੋਲ ਐਲੀਮੈਂਟ ਆ ਗਏ, ਬਟ ਸਾਨੂੰ ਇੱਥੋਂ ਕਲੀਅਰ ਹੋਣਾ ਚਾਹੀਦਾ ਵੀ ਇਹ ਡਾਇਗਨਲ ਅਸੀਂ ਆਹ ਹੀ ਕੰਸੀਡਰ ਕਰਨਾ, ਇੱਧਰਲਾ ਨਹੀਂ ਕਰਨਾ। 4 6 ਤੇ 8 ਜਿਹੜੇ ਆ ਇਹ ਨਹੀਂ ਅਸੀਂ ਕੰਸੀਡਰ ਕਰਨੇ, ਠੀਕ ਹੈ, ਇਹ ਧਿਆਨ ਰੱਖਣਾ। ਸੋ ਨੈਕਸਟ ਅਸੀਂ ਜਿਹੜੀ ਆਪਣੀ ਮੈਟ੍ਰਿਸਿਸ ਆ ਉਹ ਕਰਾਂਗੇ ਡਾਇਗਨਲ ਮੈਟ੍ਰਿਕਸ, ਠੀਕ ਹੈ। ਡਾਇਗਨਲ ਮੈਟ੍ਰਿਕਸ ਅਸੀਂ ਕਰਦੇ ਹਾਂ ਕਿ ਕਿੱਦਾਂ ਕਰਾਂਗੇ। ਸੋ ਨੈਕਸਟ ਸਾਡੀ ਡੈਫੀਨੇਸ਼ਨ ਹੈ ਡਾਇਗਨਲ ਮੈਟ੍ਰਿਕਸ। ਇਹਨੂੰ ਸਮਝਣ ਲਈ ਥੋੜਾ ਧਿਆਨ ਨਾਲ ਕਿ ਇਹ ਮੈਟ੍ਰਿਕਸ ਇਜ਼ ਕਾਲਡ ਡਾਇਗਨਲ ਮੈਟ੍ਰਿਕਸ ਇਫ, ਪਹਿਲੀ ਕੰਡੀਸ਼ਨ ਆ ਮੈਟ੍ਰਿਕਸ ਇਜ਼ ਸਕੇਅਰ ਹੋਣੀ ਚਾਹੀਦੀ, ਠੀਕ ਹੈ। ਮੈਟ੍ਰਿਕਸ ਇਜ਼ ਸਕੇਅਰ, ਠੀਕ ਹੈ। ਸਕੇਅਰ ਮੈਟ੍ਰਿਕਸ ਹੋਵੇ, ਮਤਲਬ ਕਿ ਕਹਿਣ ਦਾ ਭਾਵ ਕਿ ਜਿਹੜੀ ਮੈਟ੍ਰਿਕਸ ਆ ਉਹ 2x2 ਦੀ ਹੋਵੇ, 1x1 ਦੀ ਹੋਵੇ, 3x3 ਦੀ ਹੋਵੇ, n×n ਦੀ ਹੋਵੇ, 5x5 ਦੀ ਹੋਵੇ, 11x11 ਦੀ ਹੋਵੇ। ਪਹਿਲੀ ਕੰਡੀਸ਼ਨ ਇਹ ਹੈ। ਦੂਜੀ ਕੰਡੀਸ਼ਨ ਕਿ ਆਲ ਨੌਨ ਡਾਇਗਨਲ, ਨੌਨ ਮਤਲਬ ਜਿਹੜੇ ਡਾਇਗਨਲ ਐਲੀਮੈਂਟਸ ਨਹੀਂ ਹੈਗੇ, ਨੌਨ ਡਾਇਗਨਲ ਐਲੀਮੈਂਟਸ ਆਰ 0 ਹੋਣ। ਇਹ ਧਿਆਨ ਨਾਲ ਐਗਜ਼ਾਮਪਲ ਤੋਂ ਤੁਹਾਨੂੰ ਸਮਝਾਉਂਗਾ ਮੈਂ। ਐਗਜ਼ਾਮਪਲ ਪਹਿਲਾਂ ਲਿਖ ਦਵਾਂ ਇੱਥੇ। ਫੋਰ ਐਗਜ਼ਾਮਪਲ ਦੇਖੋ, ਇੱਕ ਤਾਂ ਮੈਟ੍ਰਿਕਸ ਸਕੇਅਰ ਹੋਣੀ ਚਾਹੀਦੀ ਹੈ 2 3 4 5 6 7 8 9 1, ਬਟ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਜਿਹੜੇ ਨੌਨ ਡਾਇਗਨਲ ਐਲੀਮੈਂਟ ਆ, ਮੰਨ ਲਓ ਆਹ ਇੱਕ ਡਾਇਗਨਲ ਐਲੀਮੈਂਟ ਆ, ਠੀਕ ਹੈ, ਆਹ ਡਾਇਗਨਲ ਐਲੀਮੈਂਟ ਆ, ਇਹਨਾਂ ਤੇ ਕੋਈ ਕੰਡੀਸ਼ਨ ਨਹੀਂ, ਸਕੇਅਰ ਹੈਗੀ ਮੈਟ੍ਰਿਕਸ। ਇਹ ਸਕੇਅਰ ਕਿੱਦਾਂ? ਮਤਲਬ ਇਹ 3x3 ਹੈ, ਬਟ ਇਹਦੇ ਡਾਇਗਨਲ ਐਲੀਮੈਂਟਸ ਇਹ ਆ, ਪਰ ਨੌਨ ਡਾਇਗਨਲ ਐਲੀਮੈਂਟ ਸਾਰੇ ਕੀ ਹੋਣੇ ਚਾਹੀਦੇ ਆ? ਸਾਡੇ ਕੋਲ 0 ਹੀ ਹੋਣੇ ਚਾਹੀਦੇ। ਨੌਨ ਡਾਇਗਨਲ ਐਲੀਮੈਂਟਸ ਆਰ 0। ਸੋ ਇਹ ਕੰਡੀਸ਼ਨ ਆ ਕਿ ਆਲ ਨੌਨ ਜ਼ੀਰੋ, ਨੌਨ ਸੌਰੀ ਡਾਇਗਨਲ ਐਲੀਮੈਂਟਸ
ਆ ਸਾਰੇ ਨॉन डायगोनल एलिमेंट्स आ डायगोनल एलिमेंट्स आ। डायगोनल एलिमेंट्स किहड़े आ साडे 2 6 1 ये जिद्दां दे मर्जी होण भावें 0 भी होण नो इशू 5 6 7 8 9 10 कुछ भी होने चाहिए पर बाकी सारे की होने चाहिए आ 0 होने चाहिए। जे मान लो मैं होर एक मैट्रिक्स लिखा 2 क्रॉस 2 दी तो मैनू इत्थे मैं 0 लिख देवां इत्थे भी 0 लिख देवां इत्थे 0 लिख देवां इत्थे 7 लिख देवां। सो देखो इत्थे जिहड़े डायगोनल एलीमेंट्स आ साडे कोल ठीक है ये जिहड़े मर्जी होण बट इदों इलावा जिहड़े वो सारे 0 होने चाहिए ते ये स्केयर मैट्रिक्स भी ठीक है। सो ये स्केयर मैट्रिक्स भी है साडे को होर असीं जिन्नी मर्जी मैट्रिक्स तक वधा सकते हैं। असीं 5 मैं इदां लिख देना 7 8 सपोज करो बाकी सब एलीमेंट साडे को की आने इत्थे सो दिस इज द 4 क्रॉस 4 मैट्रिक्स 4 क्रॉस 4 आ ते स्केयर होगी ठीक है। स्केयर मैट्रिक्स ते डायगोनल एलीमेंट जिहड़े मर्जी होण बाकी सारे जिहड़े आ नॉन डायगोनल एलीमेंट्स जिहड़े आ वो सारे की होने चाहिए आ नॉन जीरो सॉरी जीरो होने चाहिए ठीक है। नॉन डायगोनल एलीमेंट्स आर जीरो। सो आई थिंक डायगोनल एलीमेंट्स का डायगोनल मैट्रिक्स का कंसैप्ट जिहड़ा तुहानू क्लीयर हो गया होगा। नैक्सट एक चीज़ होर असीं करदे हां एक इहदे विच नोट करन वाली चीज़ आ कि ट्रेस करदे हां असीं ट्रेस ऑफ मैट्रिक्स ए। हुण ट्रेस ऑफ मैट्रिक्स ए मान लो मैं इहनू ए मैट्रिक्स मान लेना ट्रेस पहलां तो डेफिनेशन देख लो की हुंदी आ कि सम ऑफ ऑल डायगोनल एलिमेंट्स ठीक है डायगोनल एलिमेंट्स ऑफ स्केयर मैट्रिक्स ठीक है। जरूरी नहीं कि ये डायगोनल ते ही आ बट डायगोनल एलिमेंट्स तो बाद ही असीं इहदी गल कर सकते कि सम ऑफ ऑल डायगोनल एलिमेंट्स ऑफ द स्केयर मैट्रिक्स। देखो मान लो सपोज करो मेरे को एक मैट्रिक्स आ स्केयर वा कोई भी 2 3 4 5 6 7 8 9 1 सो ये मेरे को स्केयर मैट्रिक्स आ 3 क्रॉस 3 ये की हुंदा वा ट्रेस की हुंदी है मैं जिथे ट्रेस कड्डां ट्रेस ऑफ ए दिस इज द सम ऑफ डायगोनल एलिमेंट्स। सम मतलब मैं इन्हां दी एडिशन कर देनी है 2 जमा 6 जमा 1 मतलब कितना आ जाएगा 9 आ जाएगा साडे को। सिमिलरली जे मैं इत्थे भी करदा बाकी एलीमेंट्स नाल सानू कोई लेना देना नहीं। जे मैं इहदी ट्रेस कड्डदा ट्रेस ऑफ ए तो ये कितनी आ जानी सी 5 जमा 6 जमा 7 जमा 8 सो 6 5 11 11 7 18 8 26 साडे को जिहड़ा है उत्तर साडा आ जाना है 7 7 14 7 21 5 26 सो ये ट्रेस हुंदी है कोई भी बट गल है कि शर्त आ कि जे मान लो मैं इत्थे एक मैट्रिसेस लिखदा वां 2 3 4 5 6 7 सो दिस इज 2 क्रॉस 3 इट इज नॉट स्केयर मैट्रिक्स। ये नहीं कि मैं इहदी ट्रेस कट सकदा सो इहदी ट्रेस तुसीं कहोगे मैं इन्हां दोवां नूं जोड़ देवां सो ये कोई पॉसिबिलिटी नहीं हैगी। सो ट्रेस डज नॉट फाइंड ठीक है। सो असीं इहदी ट्रेस जिहड़ी फाइंड नहीं कर सकते मतलब पॉसीबल नहीं हैगी ना सानू पूछेगा कोई। हाँ कोई जे सानू एकदम कोई घुमा के क्वेश्चन पूछेगा कि हाँ जी इहदी ट्रेस कड्डो आपां कहांगे कि ट्रेस ऑफ दिस मैट्रिक्स नॉट पॉसिबल बिकॉज रीजन पूछेगा तो असीं कहांगे बिकॉज दिस मैट्रिक्स इज नॉट स्केयर सो वी कैन नॉट फाइंड द ट्रेस ऑफ दिस मैट्रिक्स। सो स्केयर होना ਉਹਦੇ ਲਈ बहुत जरूरी है। सो ਪਹਿਲਾਂ ਅਸੀਂ डायगोनल मैट्रिक्स ਕੀਤੀ डायगोनल ਦੇ ਵਿੱਚੋਂ ਸਾਨੂੰ डायगोनल ਬਾਰੇ ਨੌਲੇਜ ਹੋਣੀ ਚਾਹੀਦੀ ਸੀਗੀ ਠੀਕ ਹੈ। ਫਿਰ ਇੱਕ ਚੀਜ਼ ਇਹਦੇ ਨਾਲ ਐਡ ਅਪ ਕਰ ਲਈ ਅਸੀਂ ट्रेस ऑफ मैट्रिक्स से ठीक है। सो नैक्सट ਸਾਡੇ ਕੋਲ मैट्रिक्स ਆਉਂਦੀ ਹੈ एक चीज़ असीं इहदे विच ऐड कर सकते हैं कि असीं डायगोनल मैट्रिक्स नूं ना जिद्दां मान लो आ एक मैट्रिक्स आ मैं इत्थे लिख सकदा इदां भी कि डायगोनल ए मैट्रिक्स नूं लिख सकदा कि इहदे जिहड़े डायगोनल एलीमेंट्स ही कल्ले लिखूंगा मैं 5 कॉमा पा के 6 7 8 ठीक है। जे मैनूं किसी ने डायगोनल मैट्रिक्स कह दित्ता होया वा तां मैं ते इत्थे मैनूं लिख देणगे कि 4 क्रॉस 4 दी है तां ये मैं डायगोनल एलीमेंट्स पा के बाकी सारे 0 पा लिया करूँगा। इदां भी लिखिया आ जांदा कई वारी ठीक है। ध्यान रखना कि इस तरीके दे नाल भी लिखिया जिहड़ा वा वो आ जांदा वा कि डायगोनल ए मैट्रिक्स 5 6 7 8 ਇਹਦਾ मतलब ਇਹ ਅਸੀਂ डायगोनल ਤੇ ਸਜਾ ਦੇਣੀ ਹੈ ਇਸੇ ਤਰੀਕੇ ਨਾਲ ਹੀ ठीक है। बाकी सारे एलीमेंट 0 पा देने ते नाल सानू 4 क्रॉस 4 असीं 4 रोज बना देनी है 4 कॉलम बना देने। जे इनू लिखना होगा तो वो लिखूगा डायगोनल दैट इज 2 6 ते 1 ते इनू असीं शिफ्ट करके की बना देना असीं लिखांगे 2 6 1 बाकी सारे एलीमेंट असीं 0 बना देने हैं क्योंकि सानू उन्होंने पहले ही दस्सिया होना वा कि 2 6 1 आ जे नहीं भी दसदे तां ये 3 एलीमेंट आ जे 3 एलीमेंट आ ऑटोमैटिकली 3 क्रॉस 3 बननी सो असीं 3 क्रॉस 3 बना देनी। सो ये थोड़ी जी नोट करने वाली चीज़ है।
ਸੋ ਨੈਕਸਟ ਅਸੀਂ ਕਰਦੇ ਹਾਂ, ਸਾਡੇ ਕੋਲ ਆਉਂਦੀ ਆ ਸਕੇਲਰ ਮੈਟ੍ਰਿਕਸ। ਸੋ ਸਕੇਲਰ ਮੈਟ੍ਰਿਕਸ ਕੀ ਹੁੰਦੀ ਹੈ ਦੇਖਦੇ ਹਾਂ ਅਸੀਂ। ਅ ਮੈਟ੍ਰਿਕਸ ਇਜ਼ ਕਾਲਡ ਸਕੇਲਰ ਮੈਟ੍ਰਿਕਸ। ਠੀਕ ਹੈ, ਅਸੀਂ ਉਹਨੂੰ ਸਕੇਲਰ ਮੈਟ੍ਰਿਕਸ ਕਵਾਂਗੇ ਇਫ ਇਹਦੇ ਵਿੱਚ ਵੀ ਕੰਡੀਸ਼ਨਸ ਆ ਕਿ ਫਸਟਲੀ ਅ ਮੈਟ੍ਰਿਕਸ ਇਜ਼ ਡਾਇਗਨਲ, ਡਾਇਗਨਲ ਹੋਣੀ ਚਾਹੀਦੀ ਆ। ਸੋ ਡਾਇਗਨਲ ਮੈਟ੍ਰਿਕਸ ਪਹਿਲਾਂ ਹੋਣੀ ਚਾਹੀਦੀ ਹੈ। ਦੂਜੀ ਗੱਲ ਕਿ ਆਲ ਡਾਇਗਨਲ ਐਲੀਮੈਂਟਸ, ਹੁਣ ਇਹਦੇ ਵਿੱਚ ਵੀ ਦੇਖੋ ਧਿਆਨ ਨਾਲ, ਬਹੁਤ ਬਰੀਕ ਵਾਲੀਆਂ ਚੀਜ਼ਾਂ, ਆਲ ਡਾਇਗਨਲ ਐਲੀਮੈਂਟਸ ਆਰ ਸੇਮ ਹੋਣੇ ਚਾਹੀਦੇ, ਇਹ ਧਿਆਨ ਸਮਝਣਾ। ਐਗਜ਼ਾਮਪਲ ਤੋਂ ਸਾਨੂੰ ਕਲੀਅਰ ਹੋਏਗਾ। ਠੀਕ ਹੈ, ਮੈਂ ਦੋਨੇ ਡਾਇਗਨਲ ਵੀ ਲਿਖ ਕੇ ਦਿਖਾਊਂਗਾ। ਦੇਖੋ ਪਹਿਲਾਂ ਤਾਂ ਸਕੇਲਰ ਮੈਟ੍ਰਿਕਸ ਲਿਖ ਦਵਾਂ, ਇੱਥੇ ਮੈਂ ਸਕੇਲਰ ਲਿਖਦਾ। ਠੀਕ ਹੈ, ਫਿਰ ਤੁਹਾਨੂੰ ਕੰਪੈਰੀਜ਼ਨ ਕਰ ਲਈ ਇੱਧਰਲੇ ਬੰਨੇ ਮੈਂ ਡਾਇਗਨਲ ਵੀ ਸਮਝਾਊਂਗਾ ਕਿ ਡਾਇਗਨਲ ਤੇ ਸਕੇਲਰ ਦੇ ਵਿੱਚ ਕੀ ਫਰਕ। ਸੋ ਸਕੇਲਰ ਮੈਟ੍ਰਿਕਸ ਦੀ ਜੇ ਮੈਂ ਐਗਜ਼ਾਮਪਲ ਲਿਖਾਂ ਪਹਿਲੀ, ਤਾਂ ਤੁਸੀਂ ਲਿਖ ਸਕਦੇ ਆ ਕਿ ਇਹਦੇ ਵਿੱਚ ਮੈਨੂੰ ਸਾਰੇ ਐਲੀਮੈਂਟ ਸੇਮ ਰੱਖਣੇ ਪੈਣੇ, ਬਾਕੀ ਸਾਰੇ ਜ਼ੀਰੋ ਹੀ ਰਹਿਣਗੇ। ਠੀਕ ਹੈ, ਮਤਲਬ ਸੇਮ ਰੱਖਣੇ ਪੈਣੇ, 0 0 5। ਠੀਕ ਹੈ, ਇੱਥੇ ਮੈਂ 10 ਲਿਖ ਦਿੰਦਾ, ਇੱਥੇ ਵੀ ਮੈਨੂੰ 10 ਰੱਖਣਾ ਪੈਣਾ, ਇੱਥੇ ਮੈਨੂੰ 0 ਰੱਖਣਾ ਪੈਣਾ, ਕਿਉਂਕਿ ਇਹ ਸਕੇਅਰ ਮੈਟ੍ਰਿਕਸ 3x3 ਦੀ ਆ, ਇਹ ਸਾਡੇ ਕੋਲ 2x2 ਦੀ ਆ। ਮੈਨੂੰ ਡਾਇਗਨਲ ਐਲੀਮੈਂਟ ਸੇਮ ਰੱਖਣੇ ਪੈਣੇ। ਠੀਕ ਹੈ, ਕੰਡੀਸ਼ਨ ਦੇਖੋ, ਡਾਇਗਨਲ ਮੈਟ੍ਰਿਕਸ ਕਿਹੜੀ ਹੁੰਦੀ ਆ? ਜਿਹੜੀ ਕਹਿੰਦੀ ਆ ਕਿ ਉਹਦੇ ਨਾਨ ਡਾਇਗਨਲ ਐਲੀਮੈਂਟਸ ਬਾਕੀ ਸਾਰੇ ਜ਼ੀਰੋ। ਦੇਖੋ ਆਹ ਡਾਇਗਨਲ ਆ, ਨਾਨ ਡਾਇਗਨਲ ਐਲੀਮੈਂਟਸ ਆ 6 ਆ, 1 2 3 4 5 6, ਇਹ ਸਾਰੇ ਜ਼ੀਰੋ ਹੋਣੇ ਚਾਹੀਦੇ, ਇਹ ਡਾਇਗਨਲ ਕਹਿੰਦੀ ਆ। ਦੂਜੀ ਕੰਡੀਸ਼ਨ ਡਾਇਗਨਲ ਕਹਿੰਦੀ ਆ, ਜਿਹੜੀ ਡਾਇਗਨਲ ਮੈਟ੍ਰਿਕਸ ਕਹਿੰਦੀ ਆ ਉਹ ਸਾਡੇ ਕੋਲ ਕੀ ਆ ਜਾਂਦਾ ਇੱਥੇ ਕਿ ਡਾਇਗਨਲ ਜਿਹੜੀ ਮੈਟ੍ਰਿਕਸ ਆ ਸਾਡੇ ਕੋਲ, ਉਹ ਇੱਥੇ ਇਦਾਂ ਕਹਿੰਦੀ ਹੈ ਕਿ ਇੱਥੇ ਜਿਹੜੇ ਮਰਜ਼ੀ ਐਲੀਮੈਂਟ ਹੋਣ, ਉਹ ਇਹਨਾਂ ਤੇ ਕੰਡੀਸ਼ਨ ਨਹੀਂ ਲਾਉਂਦੀ। ਉਹ ਕਹਿੰਦੀ ਕਿ ਇੱਥੇ ਜਿਹੜੇ ਮਰਜ਼ੀ ਵੱਖਰੇ ਵੱਖਰੇ ਐਲੀਮੈਂਟ ਹੋਣ, ਕੋਈ ਫਰਕ ਨਹੀਂ। ਇਹ ਹੁੰਦੀ ਡਾਇਗਨਲ ਮੈਟ੍ਰਿਕਸ। ਬਟ ਸਕੇਲਰ ਦੇ ਵਿੱਚ ਆਲ ਡਾਇਗਨਲ ਐਲੀਮੈਂਟਸ ਆਰ ਸੇਮ, ਇਹ ਸੇਮ ਰਹਿਣੇ ਚਾਹੀਦੇ। ਸੋ ਇਹ ਫਰਕ ਵਾ। ਜੇ ਮੈਂ ਇੱਥੇ ਲਿਖਦਾ, ਇੱਥੇ ਮੈਂ ਕੋਈ ਵੀ 1 ਤੇ 10 ਲਿਖ ਸਕਦਾ ਸੀ, ਬਾਕੀ ਸਾਰੇ ਜ਼ੀਰੋ ਹੀ ਰਹਿਣਗੇ। ਇਹ ਸਾਡਾ ਡਿਫਰੈਂਸ ਆ ਡਾਇਗਨਲ ਤੇ ਸਕੇਲਰ ਮੈਟ੍ਰਿਕਸ ਦੇ ਵਿੱਚ। ਸੋ ਆਈ ਥਿੰਕ ਕਲੀਅਰ ਹੋ ਜਾਊਗਾ ਈਜ਼ੀਲੀ ਕਿ ਇੱਥੇ ਆਲ ਡਾਇਗਨਲ ਐਲੀਮੈਂਟਸ ਆਰ ਸੇਮ ਆ, ਬਾਕੀ ਡਾਇਗਨਲ ਮੈਟ੍ਰਿਕਸ ਤਾਂ ਇਹ ਵੀ ਆ, ਇਹ ਡਾਇਗਨਲ ਮੈਟ੍ਰਿਕਸ ਆ ਕਿਉਂਕਿ ਇਹਦੇ ਨਾਨ ਡਾਇਗਨਲ ਐਲੀਮੈਂਟਸ ਆਰ ਜ਼ੀਰੋ ਆ। ਸਿਰਫ ਸਾਡੇ ਇਹ ਐਲੀਮੈਂਟ ਅਸੀਂ ਸੇਮ ਰੱਖਣਾ। ਜੇ ਇੱਥੇ 2 ਲਿਖ ਲਿਆ, ਇੱਥੇ ਵੀ 2, ਇੱਥੇ ਵੀ 2, ਜੇ ਇੱਥੇ 10 ਲਿਖ ਲਿਆ, ਇੱਥੇ ਵੀ 10, ਇੱਥੇ ਵੀ 10, ਫਿਰ ਇਹ ਸਕੇਲਰ ਮੈਟ੍ਰਿਕਸ ਬਣਨੀ। ਸੋ ਕਲੀਅਰ। ਸੋ ਨੈਕਸਟ ਅਸੀਂ ਕਰਦੇ ਹਾਂ ਯੂਨਿਟ ਮੈਟ੍ਰਿਕਸ। ਯੂਨਿਟ ਮੈਟ੍ਰਿਕਸ ਕੀ ਹੁੰਦੀ ਹੈ? ਯੂਨਿਟ ਮੈਟ੍ਰਿਕਸ ਦਾ ਦੂਜਾ ਨਾਮ ਅਸੀਂ ਆਇਡੈਂਟੀਟੀ ਮੈਟ੍ਰਿਕਸ ਵੀ ਕਹਿ ਦਿੰਦੇ ਹਾਂ, ਆਇਡੈਂਟੀਟੀ ਮੈਟ੍ਰਿਕਸ। ਠੀਕ ਹੈ, ਨਲ ਮੈਟ੍ਰਿਕਸ ਵੀ ਕਹਿ ਦਿੰਦੇ। ਤੀਜਾ ਨਾਮ ਅਸੀਂ ਲਿਖ ਸਕਦੇ ਇੱਥੇ ਕਿ ਨਲ ਮੈਟ੍ਰਿਕਸ। ਠੀਕ ਹੈ, ਸੋ 3 ਇਹਦੇ ਨਾਮ ਆ। ਹੁਣ ਇਹ ਕੀ ਹੁੰਦੀ ਹੈ ਦੇਖਦੇ ਹਾਂ ਅਸੀਂ। ਅ ਮੈਟ੍ਰਿਕਸ ਇਜ਼ ਕਾਲਡ ਯੂਨਿਟ ਮੈਟ੍ਰਿਕਸ। ਇਹ ਵੀ ਬਹੁਤ ਕਰੀਬ ਆ, ਬੜਾ ਡਿਫਰੈਂਸ ਸਾਨੂੰ ਸਮਝਣਾ ਪੈਣਾ ਇਹਦਾ। ਇਹ ਮੈਟ੍ਰਿਕਸ ਇਜ਼ ਕਾਲਡ ਯੂਨਿਟ ਮੈਟ੍ਰਿਕਸ ਇਫ, ਪਹਿਲੀ ਕੰਡੀਸ਼ਨ, ਇਟ ਇਜ਼ ਏ ਸਕੇਲਰ ਮੈਟ੍ਰਿਕਸ। ਠੀਕ ਹੈ, ਇਹ ਸਕੇਲਰ ਮੈਟ੍ਰਿਕਸ ਹੋਣੀ ਚਾਹੀਦੀ। ਦੂਜੀ ਗੱਲ, ਆਲ ਡਾਇਗਨਲ ਐਲੀਮੈਂਟਸ ਆਰ ਯੂਨਿਟੀ। ਯੂਨਿਟੀ ਨੂੰ ਅਸੀਂ ਕਹਿ ਸਕਦੇ ਹਾਂ 1। ਸੋ ਇਹ ਵੀ ਤੁਹਾਨੂੰ ਮੈਂ ਇਸੇ ਤਰੀਕੇ ਨਾਲ ਸਮਝਾਉਣਾ। ਜੇ ਅਸੀਂ ਐਗਜ਼ਾਮਪਲਸ ਰਾਂਗੇ ਤਾਂ ਆਹ ਸਾਡੇ ਕੋਲ ਮੰਨ ਲਓ ਆਇਡੈਂਟੀਟੀ ਜਾਂ ਯੂਨਿਟ ਮੈਟ੍ਰਿਕਸ, ਆਇਡੈਂਟੀਟੀ ਮੈਟ੍ਰਿਕਸ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੋਊਗਾ ਕਿ ਇਹਦੇ ਵਿੱਚ ਸਾਰੇ ਡਾਇਗਨਲ ਐਲੀਮੈਂਟ 1 ਹੀ ਹੋਣਗੇ, ਬਾਕੀ ਸਾਰੇ ਕੀ ਹੋਣਗੇ? 0 ਹੋਣਗੇ। ਠੀਕ ਹੈ, ਜੇ ਇਹ ਸਾਡੇ ਕੋਲ 3x3 ਦੀ ਹੈ। ਠੀਕ ਹੈ, ਜੇ ਮੈਂ ਹੋਰ ਲਿਖਾਂ ਤਾਂ ਮੈਂ 2x2 ਦੀ ਲਿਖ ਸਕਦਾ, 1 0 0 1। ਠੀਕ ਹੈ, ਸੋ ਇਹ ਵੀ ਮੇਰੀ 2x2 ਦੀ ਆ। ਪਰ ਜੇ ਮੈਂ ਸਕੇਲਰ 'ਚ ਗੱਲ ਕਰਾਂ, ਸਕੇਲਰ ਦੇ ਵਿੱਚ ਸਾਡੇ ਕੋਲ ਕੀ ਫਰਕ ਸੀਗਾ ਸਕੇਲਰ ਮੈਟ੍ਰਿਕਸ ਦੇ ਵਿੱਚ ਕਿ ਅਸੀਂ ਇੱਥੇ ਕੁਝ ਵੀ ਲਿਖ ਸਕਦੇ ਸੀ, 2 ਵੀ ਲਿਖ ਸਕਦੇ ਸੀਗੇ, ਅਸੀਂ ਇੱਥੇ 3 ਵੀ ਲਿਖ ਸਕਦੇ ਸੀਗੇ, ਅਸੀਂ ਇੱਥੇ 100 ਵੀ ਲਿਖ ਸਕਦੇ ਸੀਗੇ।
ਬਟ ਇਹਦੇ ਵਿੱਚ ਕੀ ਆ ਕਿ ਅਸੀਂ ਸਿਰਫ 1 ਹੀ ਲਿਖਣਾ ਵਾ। ਆਲ ਡਾਇਗਨਲ ਐਲੀਮੈਂਟਸ ਆਰ ਯੂਨਿਟੀ। ਯੂਨਿਟੀ ਦਾ ਮਤਲਬ 1 ਯੂਨਿਟ 1 ਹੁੰਦਾ ਵਾ, ਠੀਕ ਹੈ। ਸੋ ਇਹ ਧਿਆਨ ਰੱਖਣਾ। ਹੁਣ ਇਹਦੇ ਵਿੱਚ ਇੱਕ ਹੋਰ ਨੋਟੇਸ਼ਨ ਆ ਕਿ ਇਹਨੂੰ ਅਸੀਂ I3 ਲਿਖਦੇ, ਜੇ 3x3 ਦੇ ਇਹਦੇ ਅਸੀਂ ਪੈਰਾਂ ਦੇ ਵਿੱਚ 3 ਪਾ ਦਿੰਨੇ ਆ, ਸੋ I3 ਆ ਇਹ। ਸੋ ਦਿਸ ਇਜ਼ I2 ਆ, ਠੀਕ ਹੈ। ਸੋ ਜੇ ਸਾਡੇ ਕੋਲ ਹੋਰ ਆਊਗੀਆਂ ਤਾਂ ਅਸੀਂ I4 I5, ਸੋ ਅਸੀਂ ਇਹਨੂੰ IN ਨਾਲ ਲਿਖਦੇ ਹਾਂ, ਤੇ IN ਨੂੰ ਅਸੀਂ ਕਹਿੰਦੇ ਆ ਇਟ ਇਜ਼ ਏ ਯੂਨਿਟ ਮੈਟ੍ਰਿਕਸ ਜਾਂ ਆਇਡੈਂਟੀਟੀ ਮੈਟ੍ਰਿਕਸ ਜਾਂ ਨਲ ਮੈਟ੍ਰਿਕਸ ਆਫ ਆਰਡਰ n। ਇਹ ਯਾਦ ਕਰਨਾ ਜੀ, ਥੋੜਾ ਜਿਹਾ ਮਾਈਂਡ 'ਚ ਰੱਖਣਾ ਪੈਣਾ, ਕੋਈ ਮਸਲਾ ਨਹੀਂ ਇੱਟਾ ਹੈਗਾ, ਸਮ ਅਸੀਂ ਸੋਲਵ ਕਰਨੇ ਸਿੱਖ ਜਾਾਂਗੇ। ਬਟ ਇਹਨੂੰ I3 ਕਹਿੰਦੇ ਆ, ਤੇ ਇਹ ਵੀ ਸਾਡੇ ਕੋਲ ਸਕੇਅਰ ਮੈਟ੍ਰਿਕਸ ਹੁੰਦੀ ਹੈ, ਸਕੇਲਰ। ਦੇਖੋ ਆਇਡੈਂਟੀਟੀ ਦੇ ਵਿੱਚ ਇਹ ਸਾਰੇ 1 ਰਹਿਣੇ ਆ, ਸਕੇਲਰ ਦੇ ਵਿੱਚ ਇਹ ਕੁਝ ਵੀ ਹੋ ਸਕਦੇ, 2 ਹੋ ਸਕਦੇ, 3 ਹੋ ਸਕਦੇ, ਪਰ ਰਹਿਣੇ ਸੇਮ। ਇਹਦੇ ਵਿੱਚ ਵਰਡ ਜਿਹੜਾ ਵਾ ਸੇਮ ਰਹਿਣਾ ਵਾ, ਠੀਕ ਹੈ। ਇਹਦੇ ਵਿੱਚ ਓਨਲੀ 1 ਹੀ ਰਹਿਣੇ ਆ, ਤੇ ਡਾਇਗਨਲ ਦੇ ਵਿੱਚ ਇਹ ਸਾਰੇ ਬਦਲ ਸਕਦੇ ਆ, 2 3 5 5 7 9 8 9 10 ਕੁਝ ਵੀ ਹੋ ਸਕਦੇ, ਉਹ ਡਾਇਗਨਲ ਆ। ਆਈ ਥਿੰਕ ਇੱਥੇ ਕਲੀਅਰ ਹੋ ਗਿਆ ਹੋਊਗਾ ਤੁਹਾਨੂੰ, ਕਲੀਅਰ, ਠੀਕ ਹੈ। ਸੋ ਨੈਕਸਟ ਅਸੀਂ ਕਰਦੇ ਹਾਂ, ਸਾਡੇ ਕੋਲ ਜਿਹੜੀ ਲਾਸਟ ਟਾਈਪ ਆ ਸਾਡੇ ਕੋਲ ਮੈਟ੍ਰਿਸਿਸ ਦੀ, ਉਹ ਹੈ ਟ੍ਰਾਇੰਗੂਲਰ ਮੈਟ੍ਰਿਕਸ। ਸੋ ਸਾਡੇ ਕੋਲ ਨੈਕਸਟ ਹੈ ਟ੍ਰਾਇੰਗੂਲਰ ਮੈਟ੍ਰਿਕਸ। ਇਫ all the elements above or below the diagonal, ਹੁਣ above ਦਾ ਮਤਲਬ ਹੁੰਦਾ ਉੱਪਰ, below ਦਾ ਮਤਲਬ ਹੁੰਦਾ ਨੀਚੇ। all the elements above or below the diagonal are 0, then matrix is called triangular matrix। ਠੀਕ ਹੈ। ਹੁਣ ਇਹਦੀ ਅਸੀਂ ਇੱਕ ਹੋਰ ਮਤਲਬ ਅਸੀਂ ਲਿਖ ਸਕਦੇ ਹਾਂ ਔਰ ਪਾ ਕੇ ਵੀ, ਇਹ ਟੈਕਨੀਕਲ 'ਚ ਲਿਖਦੇ ਹਾਂ ਅਸੀਂ। ਇਫ ਅਸੀਂ ਲਿਖਦੇ ਹਾਂ ਕਿ ਇਫ ਮੈਟ੍ਰਿਕਸ A that is equal to AIJ ਲਿਖਦੇ ਹਾਂ ਅਸੀਂ ਇਹਨੂੰ। ਇੱਕ ਮੈਟ੍ਰਿਕਸ ਆ AIJ is called triangular matrix। ਮੈਟ੍ਰਿਕਸ ਇਫ, ਠੀਕ ਹੈ, ਇਫ ਅਸੀਂ ਕਹਿੰਦੇ ਆ ਕਿ AIJ ਜਿਹੜਾ ਵਾ, AIJ ਇਹ 0 ਦੇ ਬਰਾਬਰ ਹੋ ਜਵੇ when ਜਿਹੜਾ I ਆ ਉਹ J ਤੋਂ ਵੱਡਾ ਵਾ, ਤੇ ਜਾਂ ਜਿਹੜਾ I ਆ ਉਹ, ਜਾਂ ਔਰ ਕਹਿ ਸਕਦੇ ਹਾਂ ਅਸੀਂ ਇੱਥੇ, ਔਰ I ਜਿਹੜਾ ਵਾ ਉਹ ਲੈਸ ਦੈਨ J ਹੋਵੇ, ਮਤਲਬ ਇਕੁਅਲ ਨਾ ਹੋਵੇ, ਜਾਂ ਤਾਂ ਵੱਡਾ ਹੋਵੇ ਜਾਂ ਛੋਟਾ ਹੋਵੇ। ਉਹ ਐਲੀਮੈਂਟ ਕੀ ਹੋਣੇ ਚਾਹੀਦੇ ਆ? 0 ਹੋਣੇ ਚਾਹੀਦੇ। ਧਿਆਨ ਨਾਲ ਸਮਝਣਾ ਜਰਾ। ਮੈਂ ਜਦੋਂ ਐਗਜ਼ਾਮਪਲ ਲੈਣਾ, ਫੋਰ ਐਗਜ਼ਾਮਪਲ ਮੈਂ ਇੱਕ ਮੈਟ੍ਰਿਕਸ ਲੈਣਾ ਵਾ, ਸਪੋਜ਼ ਕਰੋ ਕਿ ਮੈਂ ਇਹ ਮੈਟ੍ਰਿਕਸ ਲੈ ਲਈ ਹੈ 3x3 ਦੀ, ਠੀਕ ਹੈ। ਸੋ ਮੈਂ ਲਿਖ ਲੈਣਾ ਵਾ A11 A12 A13 A21 A22 A23 A31 A32 A33, ਠੀਕ ਹੈ। ਕੰਡੀਸ਼ਨ ਸਮਝਣ ਲਈ ਮੈਂ ਸਮਝਾ ਰਿਹਾ ਤੁਹਾਨੂੰ। ਸੋ ਇਹਨੂੰ ਮੈਂ ਐਲੀਮੈਂਟ ਕੰਸੀਡਰ ਕਰ ਲੈਣਾ। ਮੈਂ ਆਹ 5 ਮੰਨ ਲੈਣਾ, ਆਹ 6 ਮੰਨ ਲੈਣਾ, ਆਹ 7 ਮੰਨ ਲੈਣਾ, ਠੀਕ ਹੈ। ਸੇਮ ਮਤਲਬ A11 5 ਆ, A22 6 ਆ, A33। ਹੁਣ ਦੇਖੋ ਇੱਥੇ I ਕਿੰਨਾ ਵਾ 1, J ਕਿੰਨਾ ਵਾ 2। I ਜਿਹੜਾ ਵਾ ਉਹ ਬਰਾਬਰ ਨਹੀਂ ਨਾ ਹੈਗਾ। I ਜਾਂ ਤਾਂ J ਤੋਂ ਵੱਡਾ ਵਾ, ਜਾਂ ਤਾਂ I J ਤੋਂ ਛੋਟਾ ਵਾ। ਉਦੋਂ AIJ ਕੀ ਲਿਖਣਾ ਅਸੀਂ? 0 ਲਿਖਣਾ। ਦੇਖੋ I J ਤੋਂ ਛੋਟਾ ਵਾ, ਇਸ ਕਰਕੇ ਇਹਨੂੰ ਵੀ ਕੀ ਲਿਖਾਂਗੇ? 0। ਹੁਣ ਇੱਥੇ ਜਿਹੜਾ 1 ਵਾ ਉਹ ਇੱਥੇ one less than 3 ਆ, 1 less than 3 ਆ, ਠੀਕ ਹੈ। ਸੋ ਇਸ ਕਰਕੇ ਆਹ ਐਲੀਮੈਂਟ ਵੀ 0 ਹੀ ਆ। ਹੁਣ ਇੱਥੇ 1 ਜਿਹੜਾ ਵਾ ਉਹ ਲੈਸ ਦੈਨ 2 ਆ, ਇਸ ਕਰਕੇ ਇਹ ਵੀ 0 ਲਿਖਿਆ। ਹੁਣ ਇੱਥੇ 2 ਲੈਸ ਦੈਨ 3 ਆ, 2 ਜਿਹੜਾ ਵਾ ਉਹ ਲੈਸ ਦੈਨ 3 ਆ, ਇਸ ਕਰਕੇ ਇਹ ਵੀ 0 ਆ, ਠੀਕ ਹੈ। ਹੁਣ ਦੂਜੇ ਬੰਨੇ ਸਾਡੇ ਕੋਲ ਆ ਜਾਂਦਾ 2 1, ਇਹਦਾ ਮਤਲਬ I ਜਿਹੜਾ ਵਾ, ਕਿਉਂਕਿ ਪਹਿਲਾ ਅੱਖਰ I ਹੁੰਦਾ, ਦੂਜਾ ਅੱਖਰ J ਹੁੰਦਾ। 2 ਜਿਹੜਾ ਵਾ ਉਹ 1 ਤੋਂ ਵੱਡਾ ਵਾ, 3 ਜਿਹੜਾ ਵਾ ਉਹ ਵੀ 1 ਤੋਂ ਵੱਡਾ ਵਾ, ਤੇ ਜੇ ਇੱਥੇ ਦੇਖੀਏ 3 ਜਿਹੜਾ ਵਾ ਉਹ 2 ਤੋਂ ਵੱਡਾ ਵਾ। ਇੱਥੇ 1 ਬਰਾਬਰ 1, ਨਾ ਵੱਡਾ ਨਾ ਛੋਟਾ। 2 2 ਦੇ ਬਰਾਬਰ ਆ, ਨਾ ਵੱਡਾ ਨਾ ਛੋਟਾ। 3 3 ਦੇ ਬਰਾਬਰ ਆ, ਨਾ ਵੱਡਾ ਨਾ ਛੋਟਾ। ਮਤਲਬ ਇਹ ਕੁਝ ਵੀ ਹੋ ਸਕਦੇ ਆ। ਉਹਨੇ ਕੀ ਲਿਖਿਆ? ਵੈਸੇ ਸਿੰਪਲ ਕਹੀਏ ਕਿ ਆਹ ਡਾਇਗਨਲ ਐਲੀਮੈਂਟ ਆ, ਕਹਿੰਦਾ ਆਲ ਐਲੀਮੈਂਟਸ ਅਬਵ ਔਰ ਬਿਲੋ ਦਾ ਡਾਇਗਨਲ ਆਰ 0 ਹੋਣੇ ਚਾਹੀਦੇ, ਜਾਂ ਅਬਵ ਜਾਂ ਬਿਲੋ
ਜ਼ੀਰੋ ਹੋਣੇ ਚਾਹੀਦੇ। ਹੁਣ ਆ ਇਹਦੇ ਅਬਵ ਵੀ ਜ਼ੀਰੋ ਆ ਤੇ ਬਿਲੋ ਵੀ ਕੀ ਹੋਣੇ ਚਾਹੀਦੇ ਆ, ਜ਼ੀਰੋ। ਇਹ ਟੈਕਨੀਕਲ ਆ, ਜੇ ਸਮਝ ਲੱਗਦੀ ਆ ਤੇ ਓਕੇ ਆ, ਅਦਰਵਾਈਜ਼ ਤੁਸੀਂ ਸਿੰਪਲੀ ਇੰਨੀ ਡੀਪ ਸੈਂਸ 'ਚ ਚੱਲ ਜਾਓਗੇ ਤਾਂ ਬੈਟਰ ਵਾ, ਕਿਉਂਕਿ ਜੇ ਤੁਸੀਂ ਮੈਥਮੈਟਿਕਸ ਅੱਗੇ ਤੱਕ ਲੈ ਕੇ ਜਾਣਾ ਵਾ, ਗ੍ਰੈਜੂਏਸ਼ਨ ਦੈਨ MSc ਮੈਥ ਕਰਨੀ ਆ, ਤਾਂ ਦੈਨ ਤੁਹਾਨੂੰ ਇਹ ਸਮਝਣਾ ਜ਼ਰੂਰੀ ਆ, ਕਿਉਂਕਿ ਸਾਨੂੰ ਇਹਦੀ ਨੋਟੇਸ਼ਨ ਸਮਝਾਂਗੇ ਤਾਂ ਅਸੀਂ ਅੱਗੇ ਤੱਕ ਜਾਵਾਂਗੇ। ਠੀਕ ਹੈ, ਸੋ ਮੈਂ ਇੱਥੇ ਇਹ ਕੱਟ ਕਰ ਦਿੰਦਾ ਕਿਉਂਕਿ ਇਹ ਸਾਡੇ ਕੋਈ ਇੱਦਾਂ ਸਮਝਣ ਲਈ ਸੀਗਾ ਜਸਟ। ਸੋ ਇਹ ਸਾਡੇ ਕੋਲ ਇਸ ਤਰੀਕੇ ਨਾਲ ਆ ਗਿਆ। ਹੁਣ ਇਹ ਇਦਾਂ ਕੋਈ ਵੀ ਆ ਸਕਦਾ। ਮੰਨ ਲਓ ਮੈਂ ਇੱਕ ਹੋਰ ਮੈਟ੍ਰਿਕਸ ਲਿਖ ਦਿੰਦਾ ਤੁਹਾਡੇ ਕੋਲ ਇੱਥੇ A, ਮੈਂ ਲਿਖ ਦਿੰਦਾ 7 0 0 0 9 8, ਇਹ ਨਹੀਂ ਲਿਖ ਸਕਦਾ 8 0 0 7, ਫਿਰ 0 0 ਇੱਥੇ 0, ਫਿਰ 9 4, ਸੋ ਨਹੀਂ ਲਿਖ ਸਕਦਾ 0 0 0। ਮਤਲਬ ਕਿ ਕਹਿਣ ਦਾ ਭਾਵ ਜਿਹੜਾ ਆ ਡਾਇਗਨਲ ਵਾ ਸਾਡੇ ਕੋਲ, ਇਹਦੇ ਅਬਵ ਤੇ ਬਿਲੋ ਸਭ ਜ਼ੀਰੋ ਐਂਟਰੀਜ਼ ਹੋਣੀਆਂ ਚਾਹੀਦੀਆਂ। ਅਬਵ ਔਰ ਬਿਲੋ ਦਾ ਡਾਇਗਨਲ ਆਰ ਜ਼ੀਰੋ। ਸੋ ਇਹ ਵੀ ਪੱਕਾ ਵਾ ਕਿ ਸਕੇਅਰ ਮੈਟ੍ਰਿਕਸ ਹੋਏਗੀ। ਇਹ ਵੀ 100% ਸ਼ੋਰ ਆ ਕਿ ਇਹ ਸਕੇਅਰ ਮੈਟ੍ਰਿਕਸ ਹੋਏਗੀ। ਕਿੱਥੋਂ ਆਈਡੀਆ ਮਿਲੇਗਾ ਸਾਨੂੰ? ਅਸੀਂ ਇਹਨੂੰ 4x4 ਲਵਾਂਗੇ ਜਾਂ 3x3 ਲਵਾਂਗੇ ਜਾਂ 2x2 ਲਵਾਂਗੇ, ਕਿਉਂਕਿ ਇੱਥੇ ਡਾਇਗਨਲ ਦੀ ਗੱਲ ਹੋਗੀ। ਤੇ ਡਾਇਗਨਲ ਦੀ ਗੱਲ ਉਦੋਂ ਹੀ ਹੋਣੀ ਆ ਜਦੋਂ ਮੈਟ੍ਰਿਕਸ ਕੀ ਹੋਵੇ, ਸਾਡੇ ਕੋਲ ਸਕੇਅਰ ਹੋਵੇ। ਠੀਕ ਹੈ, ਇਹ ਧਿਆਨ ਰੱਖਣਾ, ਇਹ ਕੀਪ ਇਨ ਮਾਈਂਡ। ਸੋ ਨੈਕਸਟ ਸਾਡੇ ਕੋਲ ਇਹਦੇ ਵਿੱਚ ਹੀ ਟਾਈਪ ਆ ਜਾਂਦੀ ਆ, ਉਹਨੂੰ ਅਸੀਂ ਕਹਿੰਦੇ ਆ ਅਪਰ ਟ੍ਰਾਇੰਗੂਲਰ ਮੈਟ੍ਰਿਕਸ। ਸਿੰਪਲ ਅਸੀਂ ਸਮਝਣਾ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਕੀ ਹੁੰਦੀ ਆ। ਅਪਰ ਟ੍ਰਾਇੰਗੂਲਰ ਮੈਟ੍ਰਿਕਸ ਸਿੰਪਲੀ ਸਮਝਾ ਦੇਣਾ ਵਾ, ਕੋਈ ਦੀ ਆਪਾਂ ਡੈਫੀਨੇਸ਼ਨ ਨਹੀਂ ਲਿਖਾਂਗੇ। ਅਪਰ ਟ੍ਰਾਇੰਗੂਲਰ ਮਤਲਬ ਕਹਿਣ ਦਾ ਭਾਵ ਕਿ ਜਿਹਦਾ ਬਿਲੋ ਦਾ ਡਾਇਗਨਲ ਆਰ ਜ਼ੀਰੋ ਹੋ, ਬਿਲੋ ਦਾ ਡਾਇਗਨਲ, ਜਾਂ ਕਹਿ ਲਓ ਕਿ all elements, ਡੈਫੀਨੇਸ਼ਨ ਵੀ ਲਿਖ ਦਿੰਦੇ ਆਪਾਂ, all elements below the diagonal are zero। ਉਲਟ ਵਾ, ਜੇ upper ਵਾ ਤਾਂ below ਹੋਣਾ। ਮਤਲਬ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ, is called upper triangular matrix। ਠੀਕ ਹੈ, ਮੈਂ ਇੱਥੇ T ਪਾਤਾ ਗੱਲ। ਸੋ ਐਗਜ਼ਾਮਪਲ ਅਸੀਂ ਕਹਿ ਸਕਦੇ ਹਾਂ ਕਿ below the diagonal, ਮਤਲਬ ਆਹ ਡਾਇਗਨਲ ਆ 2 5 6, below ਵਾਲੇ ਜ਼ੀਰੋ ਹੋਣਗੇ, upper ਵਾਲੇ ਕੁਝ ਵੀ ਹੋਣ, 7 8 -1 ਕੁਝ ਵੀ ਹੋ ਸਕਦੇ। ਠੀਕ ਹੈ, ਹੋਰ ਐਗਜ਼ਾਮਪਲ ਲੈ ਸਕਦੇ 2 3 7 9, ਜਾਂ 0 ਵੀ ਹੋਵੇ, ਕੋਈ ਫਰਕ ਨਹੀਂ ਸਾਨੂੰ, ਡਾਇਗਨਲ ਦਾ ਕੋਈ ਚੱਕਰ ਨਹੀਂ। ਬਿਲੋ ਵਾਲੇ ਜ਼ੀਰੋ ਹੋਣੇ ਚਾਹੀਦੇ ਸਾਰੇ। ਬਿਲੋ ਡਾਇਗਨਲ ਦੇ ਬਿਲੋ ਵਾਲੇ ਜ਼ੀਰੋ, ਉੱਪਰ ਵਾਲੇ ਕੁਝ ਵੀ ਹੋਣ। ਠੀਕ ਹੈ, ਓਨਲੀ ਡਾਇਗਨਲ ਦੇ ਬਿਲੋ ਵਾਲੇ ਐਲੀਮੈਂਟ ਜ਼ੀਰੋ ਹੋਣੇ ਚਾਹੀਦੇ। ਇਹ ਵੀ ਕੁਝ ਵੀ ਹੋਣ, ਇਹ ਵੀ ਕੁਝ ਵੀ ਹੋਣ, ਤਾਂ ਅਸੀਂ ਇਹਨੂੰ ਕੀ ਕਹਿੰਦੇ ਆ, ਦਿਸ ਇਜ਼ upper triangular matrix, triangular matrix। ਠੀਕ ਹੈ, ਕਲੀਅਰ। ਸੋ ਨੈਕਸਟ ਅਸੀਂ ਕਰਦੇ ਹਾਂ, ਮਤਲਬ ਅਸੀਂ ਨੈਕਸਟ ਜਿਹੜੀ ਟਾਈਪ ਬਣਦੀ ਦੀ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਲੋਅਰ ਟ੍ਰਾਇੰਗੂਲਰ ਮੈਟ੍ਰਿਕਸ, ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਸੋ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਦੇ ਵਿੱਚ ਅਸੀਂ ਇਹਦੀ ਡੈਫੀਨੇਸ਼ਨ ਲਿਖ ਦਿੰਦੇ ਹਾਂ, all the elements above, ਲੋਅਰ ਤੋਂ ਉਲਟ ਹੋ ਜਾਣਾ, above the diagonal are zero is called lower triangular matrix। ਠੀਕ ਹੈ ਜੀ, ਸੋ ਸਿੰਪਲ ਤੁਸੀਂ, ਮੈਂ LT ਪਾਤਾ, ਤੁਸੀਂ ਲੋਅਰ ਟ੍ਰਾਇੰਗੂਲਰ ਹੀ ਲਿਖਣਾ ਵਾ। ਇਹ ਜਸਟ ਵੈਸੇ ਮੈਂ ਸ਼ਾਰਟ ਕਰਨ ਲਈ ਲਿਖਤਾ, ਅਦਰਵਾਈਜ਼ ਕੋਈ ਨੋਟੇਸ਼ਨ ਨਹੀਂ ਹੈਗੀ। ਫੋਰ ਐਗਜ਼ਾਮਪਲ ਅਸੀਂ ਸਿੰਪਲੀ ਕਿ ਅਸੀਂ ਅਬਵ ਜ਼ੀਰੋ ਰੱਖਣੇ ਆ, ਨੀਚੇ ਜੋ ਮਰਜ਼ੀ ਹੋਣ 2 3 4, ਅਬਵ ਜ਼ੀਰੋ ਰੱਖਾਂਗੇ, ਨੀਚੇ ਸਾਡੇ ਕੋਲ ਅਸੀਂ ਕੁਛ ਵੀ ਰੱਖ ਸਕਦੇ 8 0। ਠੀਕ ਹੈ, ਸੋ ਦਿਸ ਇਜ਼ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਕਿਹੜੇ ਆਰਡਰ ਦੀ ਹੈ? 3x3 ਦੀ। ਸੋ ਸਿਮਿਲਰਲੀ ਇੱਕ ਐਗਜ਼ਾਮਪਲ ਹੋਰ ਲਿਖ ਸਕਦੇ ਹਾਂ 2 3, ਉੱਪਰਲੇ ਜ਼ੀਰੋ ਰੱਖਣੇ ਆ, ਇੱਥੇ ਜੋ ਮਰਜ਼ੀ ਰੱਖੀਏ ਅਸੀਂ। ਸੋ ਇਹ 2x2 ਦੀ ਹੈ, ਕਿਉਂਕਿ ਇਹਦਾ ਸਿਰਫ ਇੱਕੋ ਐਲੀਮੈਂਟ ਹੀ ਬਣਨਾ ਇਹਦਾ। ਸੋ ਇਹ ਵੀ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਹੈ ਸਾਡੇ ਕੋਲ। ਕਲੀਅਰ ਹੈ। ਸੋ ਉਸ ਤੋਂ ਨੈਕਸਟ ਸਾਡੇ ਕੋਲ ਆਉਂਦਾ ਵਾ ਇਕੁਐਲਿਟੀ ਆਫ ਮੈਟ੍ਰਿਸਿਸ। ਇਹ ਵੀ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਇਹਦੇ ਬੇਸ ਤੇ ਸਾਡੇ ਬਹੁਤ ਸਾਰੇ ਸਮ ਆ। ਇਕੁਐਲਿਟੀ ਆਫ ਮੈਟ੍ਰਿਸਿਸ, ਹੁਣ ਇਕੁਐਲਿਟੀ ਤਾਂ ਦੋ ਮੈਟ੍ਰਿਸਿਸ ਦੀ ਹੋ ਸਕਦੀ ਹੈ। ਅਸੀਂ ਕਹਾਂਗੇ ਟੂ ਮੈਟ੍ਰਿਸਿਸ, ਫਸਟ A ਮੰਨ ਲੈਂਦੇ ਆ, ਦੈਟ ਇਜ਼ AIJ,
ਐਂਡ ਸੈਕੰਡ ਮੰਨ ਲੈਂਦੇ ਆ B that is Bij ਆਰ ਇਕੁਅਲ। ਦੋ ਕੰਡੀਸ਼ਨਾਂ ਇਫ ਐਗਜ਼ਾਮਪਲ ਦੇ ਨਾਲ ਸਾਨੂੰ ਸਮਝ ਆਏਗੀ ਕਿ ਇਫ ਪਹਿਲੀ ਕੰਡੀਸ਼ਨ ਜ਼ਰੂਰੀ ਹੈ ਕਿ A ਐਂਡ B ਆਰ ਆਫ ਸੇਮ ਆਰਡਰ ਸੇਮ ਹੋਣਾ ਚਾਹੀਦਾ, ਤਾਂ ਹੀ ਅਸੀਂ ਬਰਾਬਰ ਕਰ ਸਕਦੇ। ਠੀਕ ਹੈ। ਸੈਕੰਡ ਅਸੀਂ ਕਹਿ ਸਕਦੇ ਹਾਂ ਕਿ ਕੋਰਸਪੋਂਡਿੰਗ ਐਲੀਮੈਂਟਸ, ਇਹ ਧਿਆਨ ਨਾਲ ਸਮਝ, ਆਲ ਦਾ ਐਲੀਮੈਂਟਸ ਆਰ ਸੇਮ ਐਜ਼ ਕੋਰਸਪੋਂਡਿੰਗ ਐਲੀਮੈਂਟਸ ਆਫ B, ਜਾਂ ਅਸੀਂ ਸਿੰਪਲ ਇਧਰ ਲਿਖ ਦਿੰਦੇ ਆਲ ਦਾ elements of A are equal, या all the elements of A are same as corresponding elements of B। ਇਹ ਥੋੜਾ ਸਮਝਣ ਦੀ ਔਖਾ ਵਾ। ਹੁਣ ਦੇਖੋ ਪਹਿਲਾਂ ਤਾਂ ਮੈਂ ਥੋੜਾ ਕੰਟਰਾਡਿਕਟ ਕਰ ਦਿੰਦਾ। ਮੰਨ ਲਓ ਮੇਰੇ ਕੋਲ ਇੱਕ A ਮੈਟ੍ਰਿਕਸ ਆ 2 3 4, ਕਿੰਨੇ ਆਰਡਰ ਦੀ ਆ ਇਹ? 1 ਰੋ 3 ਕਾਲਮ, 1 2 3। ਆ B ਆ, ਇਹ ਮੈਂ ਲਿਖ ਦੇਣਾ 2 3, ਸੋ ਇਹ ਆ ਗਈ 1 into 2 ਕਾਲਮ। ਟਾਈਪ ਜਿਹੜੀ ਆ ਟਾਈਪ ਨਾਟ ਇਕੁਅਲ ਜਾਂ ਆਰਡਰ ਨਾਟ ਇਕੁਅਲ, ਸੋ ਇਹ ਤਾਂ ਅਸੀਂ ਬਰਾਬਰ ਕਹਿ ਹੀ ਨਹੀਂ ਸਕਦੇ। ਠੀਕ ਹੈ। ਪਹਿਲੀ ਕੰਡੀਸ਼ਨ ਕਿ A ਤੇ B ਸੇਮ ਟਾਈਪ ਦੀ ਹੈ। ਹੁਣ ਦੇਖੋ ਜੇ A ਤੇ B ਸੇਮ ਟਾਈਪ ਦੀ ਹੈ, ਮੰਨ ਲਓ ਮੈਂ A ਨੂੰ Aij ਲਿਖਿਆ, ਮੈਂ ਇਹਨੂੰ ਲਿਖ ਦਿੰਦਾ ਕਿ ਇਹ 2 cross 2 ਦੀ ਹੈ। B ਲਿਖ ਦਿੰਦਾ ਮੈਂ Bij, ਠੀਕ ਹੈ। ਇਹ ਵੀ ਮੈਂ ਲਿਖ ਦਿੰਦਾ 2 cross 2 ਦੀ, ਸੇਮ ਟਾਈਪ ਹੋ ਗਈ। ਸੋ ਇਹਨੂੰ ਮੈਂ ਲਿਖੂੰਗਾ B11 B12 B21 B22, ਠੀਕ ਹੈ। ਇੱਥੇ ਲਿਖ ਦਿੰਦੇ A11 A12 A21 A22। ਸੋ ਹੁਣ ਪਹਿਲਾ ਸਟੈਪ ਤਾਂ ਸਾਡਾ ਓਕੇ ਆ ਕਿ ਟਾਈਪ ਸੇਮ। ਦੂਜਾ ਸਟੈਪ ਕੀ ਕਹਿੰਦਾ? ਆਲ ਦਾ ਐਲੀਮੈਂਟਸ ਆਫ A ਆਰ ਸੇਮ ਕੋਰਸਪੋਂਡਿੰਗ ਐਲੀਮੈਂਟ। ਇਹਦਾ ਮਤਲਬ A11 ਜਿਹੜਾ ਵਾ ਉਹ B11 ਦੇ ਕੋਰਸਪੋਂਡਿੰਗ ਇਹ ਹੁੰਦਾ ਵਾ। ਕੋਰਸਪੋਂਡਿੰਗ ਵਰਡ ਦਾ ਮਤਲਬ ਸਮਝਣਾ ਕਿ ਜੇ 9th A ਤੇ 9th B +2 A ਤੇ +2 B ਤੁਹਾਡੀ ਕਲਾਸ 'ਚ 2 ਸੈਕਸ਼ਨ ਆ, ਜੇ 1 ਰੋਲ ਨੰਬਰ ਦਾ ਨਾਮ ਮਨਵੀਨ ਕੌਰ ਆ ਤਾਂ ਨਾਲ ਦੀ ਕਲਾਸ ਜਿਹੜੀ ਤੁਹਾਡੀ +2 B ਆ ਉਹਦੇ ਵਿੱਚ ਵੀ 1 ਰੋਲ ਨੰਬਰ ਦਾ ਕੀ ਨਾਮ ਆ, ਉਹ ਕੋਰਸਪੋਂਡਿੰਗ ਰੋਲ ਨੰਬਰ ਦੇ ਨਾਮ ਦੱਸੋ। ਇਹਦਾ ਮਤਲਬ 1 ਦਾ ਮਨਵੀਨ ਆ, ਉਧਰ ਅਰਸ਼ਵਾ। ਠੀਕ ਹੈ। ਇਸ ਤਰੀਕੇ ਦੇ ਨਾਲ ਅਸੀਂ ਕਿਸੇ ਤਰੀਕੇ ਨਾਲ ਵੀ ਜਿਹੜਾ ਉਹ ਲਾ ਸਕਦੇ ਹਾਂ। ਮਨਪ੍ਰੀਤ ਆ ਸੁਖਦੇਵ ਆ, ਠੀਕ ਹੈ। 2 ਰੋਲ ਨੰਬਰ ਦਾ ਇੱਧਰ ਮਨਪ੍ਰੀਤ ਆ ਉਧਰ ਸੁਖਦੇਵ ਆ, ਹਨਾ। ਇਸ ਤਰੀਕੇ ਦੇ ਨਾਲ ਅਸੀਂ ਲਾ ਸਕਦੇ ਹਾਂ। ਸੋ ਇੱਥੇ ਸਾਡੇ ਕੋਲ A11 B11 ਦੇ ਬਰਾਬਰ ਹੋਵੇ, A12 B12 ਦੇ ਬਰਾਬਰ ਹੋਵੇ, A21 B21 ਦੇ ਬਰਾਬਰ ਹੋਵੇ ਤੇ A22 B22 ਦੇ ਬਰਾਬਰ ਹੋਵੇ। ਮਤਲਬ A ਇਹਦੇ ਬਰਾਬਰ ਹੋਵੇ, A ਇਹਦੇ ਬਰਾਬਰ ਹੋਵੇ ਤੇ A ਇਹਦੇ ਬਰਾਬਰ ਹੋਵੇ। ਇਹਨੂੰ ਅਸੀਂ ਕਹਿੰਦੇ ਆ ਆਲ ਦਾ ਐਲੀਮੈਂਟਸ ਆਫ A ਆਰ ਕੋਰਸਪੋਂਡਿੰਗ ਐਲੀਮੈਂਟਸ ਆਫ B। ਠੀਕ ਹੈ। ਉਹਦਾ ਸਿੰਪਲ ਭਾਸ਼ਾ 'ਚ ਗੱਲ ਕਰੀਏ ਤਾਂ ਸਿੰਪਲੀ 2 3 4 5 ਆ ਤੇ ਸਾਡੀ B ਵੀ ਇਹੀ ਹੋਣੀ ਚਾਹੀਦੀ ਹੈ 2 3 4 5। ਠੀਕ ਹੈ। ਮਤਲਬ ਇੱਕ ਤਾਂ ਟਾਈਪ ਸੇਮ ਆ, ਦੂਜਾ ਆ ਇਹਦੇ ਬਰਾਬਰ ਵਾ, ਆ ਇਹਦੇ ਬਰਾਬਰ ਆ, ਆ ਇਹਦੇ ਬਰਾਬਰ ਆ। ਪਰ ਸਾਨੂੰ ਕਿਉਂ ਆਊਗਾ? ਸਾਨੂੰ ਉਹ ਨਾ ਇਸ ਤਰੀਕੇ ਨਾਲ ਦੇਣਗੇ, ਇੱਥੇ x ਲਿਖ ਦੇਣਗੇ। ਉਹ ਕਹਿਣਗੇ ਕਿ A ਤੇ B ਬਰਾਬਰ ਆ। ਜੇ ਬਰਾਬਰ ਆ ਅਸੀਂ ਇੱਥੋਂ ਕੰਡੀਸ਼ਨ ਲਾ ਲਾਂਗੇ ਕਿ ਜੇ ਇਹ ਦੋਨੇ ਬਰਾਬਰ ਵਾ ਤਾਂ ਆਟੋਮੈਟਿਕਲੀ x 2 ਦੇ ਬਰਾਬਰ ਆ ਜਾਏਗਾ ਤੇ ਅਸੀਂ ਵੈਲਿਊ ਕੱਢ ਕੇ ਦੇ ਦਾਂਗੇ ਕਿ x 2 ਦੇ ਬਰਾਬਰ ਆ। ਇਸ ਤਰੀਕੇ ਨਾਲ ਸਾਨੂੰ ਸਮ ਬਣਾਉਣੇ ਆ ਉਹਨਾਂ ਨੇ। ਸੋ ਇਸ ਕਰਕੇ ਸਾਨੂੰ ਇਕੁਐਲਿਟੀ ਆਫ ਮੈਟ੍ਰਿਕਸ ਜਿਹੜਾ ਵਾ ਉਹ ਸਮਝਣਾ ਜ਼ਰੂਰੀ ਸੀਗਾ। ਠੀਕ ਹੈ। ਇੱਥੇ ਅਸੀਂ ਪੂਰੀ ਡਿਟੇਲ ਦੇ ਵਿੱਚ ਮੈਟ੍ਰਿਸਿਸ ਦੀ ਕੀ ਮੈਟ੍ਰਿਸਿਸ ਹੁੰਦੀ ਆ, ਕੀ ਉਹਦੇ ਵਿੱਚ ਅਸੀਂ ਉਹਦਾ ਆਰਡਰ ਸਮਝਦੇ ਹਾਂ, ਅਸੀਂ ਉਹਦੀਆਂ ਨੋਟੇਸ਼ਨਸ ਸਮਝਦੇ ਹਾਂ, ਅਸੀਂ ਉਹਦੇ ਵਿੱਚ ਉਹਦੀਆਂ ਟਾਈਪਸ ਸਮਝੀਆਂ, ਡਿਫਰੈਂਟ ਟਾਈਪਸ, ਜਿਹਦੇ ਵਿੱਚ ਰੋ ਮੈਟ੍ਰਿਕਸ, ਕਾਲਮ ਮੈਟ੍ਰਿਕਸ, ਦੈਨ ਸਕੁਏਅਰ ਮੈਟ੍ਰਿਕਸ, ਰੈਕਟੈਂਗੂਲਰ ਮੈਟ੍ਰਿਕਸ, ਜ਼ੀਰੋ ਮੈਟ੍ਰਿਕਸ, ਡਾਇਗੋਨਲ ਮੈਟ੍ਰਿਕਸ, ਸਕੁਏਅਰ ਮੈਟ੍ਰਿਕਸ, ਟ੍ਰਾਇੰਗੂਲਰ ਮੈਟ੍ਰਿਕਸ, ਅਪਰ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ, ਦੈਨ ਲਾਸਟ ਤੇ ਅਸੀਂ ਕੀਤਾ ਇਕੁਐਲਿਟੀ ਆਫ ਮੈਟ੍ਰਿਸਿਸ। ਸੋ ਹੁਣ ਇਹ ਸਭ ਕੁਝ ਕਰਨ ਤੋਂ ਬਾਅਦ ਅਸੀਂ ਚੈਪਟਰ ਕਰਨ ਦੇ ਲਈ ਬਿਲਕੁਲ ਤਿਆਰ ਹਾਂ, ਬਟ ਇਸ ਵੀਡੀਓ ਦੇ ਵਿੱਚ ਅਸੀਂ ਇੱਥੇ ਤੱਕ ਹੀ ਕਰਾਂਗੇ। ਠੀਕ ਹੈ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਇਸ ਚੈਪਟਰ ਦੀਆਂ ਜਿਹੜੀਆਂ ਨੈਕਸਟ ਜੋ ਐਕਸਰਸਾਈਜ਼ਸ ਹੈ 3.1 3.2 3.3 3.4 ਉਹ ਅਸੀਂ ਕਰਾਂਗੇ। ਸੋ ਇਸ ਵੀਡੀਓ ਦੇ ਵਿੱਚ ਇੱਥੋਂ ਤੱਕ ਹੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ। ਬਹੁਤ ਬਹੁਤ ਧੰਨਵਾਦ।